ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਸ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜਿਤੇ ਪੰਥ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਤ ਸੰਗਤ ਕੋ ਕਰੋ ਮਿਲਾਪਾ, ਤਜੀਏ ਅਪਰ ਵਿਕਾਰ ਕਲਾਪਾ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ, ਦੁਨੀ ਚੰਦ ਮਨ ਮੈਂ ਭਲ ਬਾਨੀ। ਸਤ ਸੰਗਤ ਕੋ ਕਰੋ ਮਿਲਾਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਦ ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ
ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜੇ। ਦੀਵਾਨਾਂ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਪ੍ਰਾਪਤ ਹੋ ਰਿਹਾ। ਸੋ ਆਓ ਜਿਤਨੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ, ਸਾਰੇ ਆਪਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁੰਦਰ ਰੂਹਾਨੀ ਇਤਿਹਾਸ ਸੁਣ ਕੇ ਆਪ ਦੇ ਤਮਾਮ ਦੁੱਖਾਂ ਨੂੰ ਹਰ ਲਈਏ। ਜੋ ਪਿੱਛੇ ਆਪਾਂ ਸਤਿਗੁਰੂ ਨਾਨਕ ਦੇਵ ਜੀ ਦੇ ਸੁੰਦਰ ਇਤਿਹਾਸ ਨੂੰ ਸੁਣ ਰਹੇ ਸਾਂ ਕਿ ਸਤਿਗੁਰੂ ਮਹਾਰਾਜ ਲਾਹੌਰ ਵਿਖੇ ਜਦੋਂ ਪਹੁੰਚੇ, ਉੱਥੇ ਦੁਨੀ ਚੰਦ ਜੋ ਬਾਣੀਆਂ ਧਨ ਪਦਾਰਥ ਵੱਲੋਂ ਬਹੁਤ ਜ਼ਿਆਦਾ ਅਮੀਰ ਸੀ, ਪਰ ਆਤਮਿਕ ਤੌਰ 'ਤੇ ਅਧਿਆਤਮਿਕ ਤੌਰ 'ਤੇ ਬਿਲਕੁਲ ਛੂਛਾ ਖਾਲੀ ਸੀ। ਬਿਲਕੁਲ ਕੁਛ ਵੀ ਨਹੀਂ ਸੀ ਪਤਾ ਧਰਮ ਬਾਰੇ, ਬਿਲਕੁਲ ਅਣਜਾਣ ਸੀ। ਜਦੋਂ ਵੀ ਕੋਈ ਧਾਰਮਿਕ ਹੁੰਦਾ ਹੈ, ਦੋ ਮਨੁੱਖ ਧਾਰਮਿਕ ਹੋ ਸਕਦੇ ਹੈ, ਜਾਂ ਬਹੁਤਾ ਜ਼ਿਆਦਾ ਮਲੀਨ ਬੁੱਧੀ ਵਾਲਾ ਜਾਂ ਥੋੜ੍ਹੀ ਬਹੁਤ ਸ਼ਰਧਾ ਰੱਖਣ ਵਾਲਾ। ਜਿਹੜਾ ਵਿੱਚ ਵਿਚਾਲੇ ਹੈ ਉਹ ਧਾਰਮਿਕ ਨਹੀਂ ਹੋ ਸਕਦਾ। ਇਹ ਬਿਲਕੁਲ ਜ਼ਿਆਦਾ ਛੂਛਾ ਸੀ, ਕੁਛ ਵੀ ਨਹੀਂ ਪਤਾ ਧਰਮ ਦਾ। ਜਿਹਨੂੰ ਕੁਛ ਵੀ ਨਹੀਂ ਪਤਾ ਹੈ, ਜੇ ਉਹ ਇਸ ਆਪਣੀ ਕਮਜ਼ੋਰੀ ਨੂੰ ਕਬੂਲ ਕਰਦਾ ਹੈ, ਗੁਰੂ ਉਸ ਨੂੰ ਸਰਬੱਗ ਬਣਾ ਦਿੰਦੇ ਹੈ। ਔਰ ਜਿਹਨੂੰ ਕੁਛ ਵੀ ਨਹੀਂ ਪਤਾ ਹੈ ਔਰ ਫਿਰ ਵੀ ਕਹਿੰਦਾ ਮੈਂ ਸਾਰਾ ਕੁਛ ਜਾਣਦਾ ਹਾਂ, ਤੇ ਸਤਿਗੁਰੂ ਕਹਿੰਦੇ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰਨ। ਕਹਿੰਦੇ ਗਧੇ ਜੇ ਦੇਖਣੇ ਆ ਨਾ ਦੁਨੀਆ ਵਿੱਚ, ਮੂਰਖ ਦੇਖਣੇ ਆ, ਉਹ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਕੋਈ ਵੀ ਗੁਣ ਨਹੀਂ, ਪਰ ਫਿਰ ਵੀ ਹੰਕਾਰ ਵਿੱਚ ਲੱਪਾ ਲੱਪ ਭਰੇ ਹੋਏ ਹੈ। ਪਰ ਦੁਨੀ ਚੰਦ ਇਹ ਜਿਹਾ ਨਹੀਂ ਸੀ। ਇਹਨੂੰ ਭਾਵੇਂ ਧਰਮ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ, ਪਰ ਹੈ ਸੱਚਾ ਸੀ। ਮਨ ਵਿੱਚ ਕੋਈ ਕਪਟ ਨਹੀਂ ਸੀ। ਇਹਦੇ ਪਿਤਰਾਂ ਦੀਆਂ ਸ਼ਰਾਧਾਂ ਮਨਾਉਂਦਾ ਸੀ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦਾ ਭਰਮ ਕੱਟਿਆ, ਫਿਰ ਕਹਿਣ ਲੱਗਾ ਮੇਰੇ ਤਾਈਂ ਉਪਦੇਸ਼ ਬਖਸ਼ੋ। ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਦੁਨੀ ਚੰਦ ਆਹ ਸੂਈ ਲੈ ਜਾ ਸਾਡੀ, ਤੇ ਇਹ ਤੇਰੇ ਕੋਲੋਂ ਆਪਾਂ ਪਰਲੋਕ ਵਿੱਚ ਲਵਾਂਗੇ, ਸਾਂਭ ਕੇ ਰੱਖ ਲਈ, ਦੇਖੀ ਕਿਧਰੇ ਗੁਆਚ ਨਾ ਜਾਏ। ਭੋਲਾ ਸੀ, ਨਹੀਂ ਸਮਝਿਆ, ਲੈ ਗਿਆ ਘਰ ਜਾ ਕੇ ਕਹਿਣ ਲੱਗਾ ਭਾਗਵਾਨੇ ਸਤਿਗੁਰੂ ਨਾਨਕ ਦੇਵ ਜੀ ਨੇ ਮੇਰੇ ਤਾਈਂ ਇਹ ਸੂਈ ਦਿੱਤੀ ਹੈ, ਅਤੇ ਉਹਨਾਂ ਨੇ ਆਖਿਆ ਹੈ ਕਿ ਇਹ ਸੂਈ ਹੋਰ ਕਿਸੇ ਜਗ੍ਹਾ 'ਤੇ ਮੈਂ ਤੇਰੇ ਕੋਲੋਂ ਨਹੀਂ ਲੈਣੀ ਹੈ, ਬਲਕਿ ਪਰਲੋਕ ਵਿੱਚ ਤੇਰੇ ਕੋਲੋਂ ਇਹ ਪਰ ਮੈਂ ਸੂਈ ਲਵਾਂਗਾ। ਘਰ ਵਾਲੀ ਸਿਆਣੀ ਸੀ, ਕਹਿਣ ਲੱਗੀ ਪਤੀ ਦੇਵ ਕਿਹੋ ਜਿਹੀ ਮੂੜਤੀਆਂ ਗੱਲਾਂ ਕਰਦੇ ਹੋ, ਕਿਧਰੇ ਸੂਈ ਵੀ ਨਾਲ ਜਾਂਦੀ ਹੈ। ਆਹ ਸੁੰਦਰ ਪੰਜ ਭੌਤਿਕ ਦੇਹ ਜੋ ਸਦਾ ਨਾਲ ਰਹਿਣ ਵਾਲੀ ਹੈ, ਇਹ ਵੀ ਨਾਲ ਨਹੀਂ ਜਾਂਦੀ, ਫਿਰ ਸੂਈ ਨਾਲ ਖੜਨੀ, ਇਹ ਕਿਹੋ ਜਿਹੀ ਮੂਰਖਤਾਈ ਹੈ। ਜ਼ਰੂਰ ਸਤਿਗੁਰਾਂ ਨੇ ਕੋਈ ਰਮਜ ਤੁਹਾਨੂੰ ਦੱਸਣੀ ਹੈ, ਜਾਓ ਫਿਰ ਵਾਪਸ ਜਾ ਕੇ ਪੁੱਛੋ। ਗਿਆ ਦੁਨੀ ਚੰਦ, ਕਹਿੰਦਾ ਸਤਿਗੁਰੂ ਸੱਚ ਸੱਚ ਦੱਸੋ ਗੱਲ ਕੀ ਹੈ। ਜੇ ਤੁਸੀਂ ਕਹਿੰਦੇ ਹੋ ਸੂਈ ਲਓਗੇ ਮੇਰੇ ਕੋਲੋਂ ਪਰਲੋਕ ਵਿੱਚ, ਇਹ ਤੇ ਮਹਾਰਾਜ ਹੋ ਨਹੀਂ ਸਕਦਾ ਹੈ, ਦੱਸੋ ਤੁਸੀਂ ਕੀ ਸਮਝਾਉਣਾ ਚਾਹੁੰਦੇ। ਮਹਾਰਾਜ ਕਹਿਣ ਲੱਗੇ ਸਮਝ ਗਿਆ ਹੈ ਨਾ ਤੂੰ, ਜੇ ਸੂਈ ਜਿੰਨਾ ਵੀ ਮਨੁੱਖ ਨਾਲ ਨਹੀਂ ਕੁਛ ਖੜ ਸਕਦਾ, ਫਿਰ ਤੂੰ ਇਤਨਾ ਜ਼ਿਆਦਾ ਧਨ ਇਕੱਤਰ ਕਿਉਂ ਜੋੜ ਜੋੜ ਕੇ ਰੱਖਦਾ ਹੈ। ਕੀ ਵਜ੍ਹਾ ਹੈ ਤੂੰ ਧਨ ਨੂੰ ਇੰਨਾ ਜੋੜ ਜੋੜ ਕੇ ਰੱਖਦਾ ਹੈ, ਕਿਧਰੇ ਵਰਤਦਾ ਨਹੀਂ ਲੋੜ ਵਾਸਤੇ। ਇੰਨੀ ਜ਼ਿਆਦਾ ਮਨ ਵਿੱਚ ਇੰਨੀ ਕਾਮਨਾ ਧਨ ਪ੍ਰਥਾਏ, ਕਿਤੇ ਚੰਗੇ ਕੰਮ ਵਿੱਚ ਨਾ ਲਾਇਆ। ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਹੀ ਨਹੀਂ ਹੈ, ਤੁਸੀਂ ਦੱਸ ਦਿਓ ਮਨੁੱਖ ਨਾਲ ਕੀ ਕੀ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਕਿਹਾ ਸੀ ਮਨੁੱਖ ਦੇ ਤਿੰਨ ਮਿੱਤਰ ਨੇ, ਇੱਕ ਧਨ, ਦੂਸਰਾ ਪਰਿਵਾਰ ਤੇ ਤੀਸਰਾ ਕਰਮ। ਜੋ ਧਨ ਹੈ, ਮਾਇਆ ਹੈ, ਇਹ ਮਨੁੱਖ ਦੇ ਜੀਵਨ ਪ੍ਰਯੰਤ ਸਵਾਸਾਂ ਤੱਕ ਨਾਲ ਨਿਭਦਾ ਹੈ। ਜਿੰਨਾ ਚਿਰ ਸਵਾਸ ਹੈ, ਧਨ ਤੇਰੇ ਨਾਲ ਸਦਾ ਸਹਾਈ ਹੋਏਗਾ। ਹਰ ਕਾਰਜ ਵਿੱਚ,
ਹਰ ਦੁਨਿਆਵੀ ਕਾਰਜ ਵਿੱਚ ਤੇਰੇ ਤਾਈਂ ਧਨ ਲਾਹੇਵੰਦ ਰਹੇਗਾ। ਤੂੰ ਦੁਨਿਆਵੀ ਕੁਝ ਵੀ ਕਾਰਜ ਕਰਨਾ ਹੈ, ਇੱਥੋਂ ਤੱਕ ਕਿ ਪੇਟ ਦੀ ਪੂਰਤੀ ਵੀ ਤੇਰੀ ਧਨ ਤੋਂ ਬਿਨਾਂ ਹੋ ਨਹੀਂ ਸਕਦੀ ਹੈ। ਇਹ ਧਨ ਤੇਰੇ ਜੀਵਨ ਪਰਯੰਤ ਸਵਾਸਾਂ ਦੇ ਨਾਲ ਨਿਭਣ ਵਾਲਾ ਹੈ। ਪਰ ਯਾਦ ਰਹੇ, ਦੂਸਰੇ ਤੇਰੇ ਮਿੱਤਰ ਨੇ ਪਰਿਵਾਰ ਥੋੜ੍ਹਾ ਧਨ ਨਾਲੋਂ ਅੱਗੇ ਚਲਾ ਜਾਂਦਾ ਹੈ। ਧਨ ਓਨਾ ਚਿਰ ਹੈ ਜਿੰਨਾ ਚਿਰ ਸਵਾਸ ਹੈ। ਸਵਾਸ ਕੋਲ ਹੈ, ਧਨ ਦੇ ਕਰਕੇ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈ ਕੇ ਆਪਦੇ ਪ੍ਰਾਣਾਂ ਨੂੰ ਬਚਾ ਸਕਦਾ ਜਿੱਥੋਂ ਤੱਕ ਹੋ ਸਕੇ। ਪਰ ਜਦੋਂ ਪ੍ਰਾਣ ਛੁੱਟ ਗਏ ਮੁੜ ਕੇ ਵਾਪਸ ਨਹੀਂ ਆਉਣਗੇ। ਫਿਰ ਧਨ ਦੇ ਪਰਥਾਏ ਸਤਿਗੁਰਾਂ ਦੀ ਬਾਣੀ ਨੇ ਕਿਹਾ ਹੈ ਕਿ ਖਸਮ ਮਰੈ ਤਾਂ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ। ਫਿਰ ਜਦੋਂ ਧਨ ਨਾਸ ਹੋ ਜਾਂਦਾ, ਫਿਰ ਧਨ ਦੀ ਜਿਹੜਾ ਹੈ ਮਾਇਆ ਹੈ, ਇਹ ਤਾਂ ਨਹੀਂ ਰੋਂਦੀ ਹੈ ਕਿ ਮੇਰਾ ਹੁਣ ਮਾਲਕ ਸਰੀਰ ਛੱਡ ਚੁੱਕਾ ਹੈ, ਹੁਣ ਮੈਂ ਵੀ ਚਲੇ ਜਾਵਾਂ। ਉਹ ਧਨ ਦਾ ਮਾਲਕ ਕੋਈ ਹੋਰ ਹੋ ਜਾਂਦਾ ਹੈ। ਫਿਰ ਪਰਿਵਾਰ ਇਹ ਤੇਰੇ ਨਾਲ ਸਿਰਫ ਤੇਰੇ ਦਾਹ ਸੰਸਕਾਰ ਤੱਕ ਨਾਲ ਰਹੇਗਾ। ਉਸ ਤੋਂ ਉਪਰੰਤ ਪਰਿਵਾਰ ਦਾ ਤੇਰੇ ਨਾਲ ਕੋਈ ਸੰਬੰਧ ਨਹੀਂ। ਔਰ ਤੀਸਰੇ ਨੇ ਕਰਮ ਤੇਰੇ ਨਾਲ ਹਮੇਸ਼ਾ ਚੱਲਦੇ ਨੇ ਪਰਛਾਵੇਂ ਦੇ ਵਾਂਗ। ਜਿਵੇਂ ਜਿਵੇਂ ਤੂੰ ਚੱਲਦਾ ਹੈ, ਕਰਮ ਤੈਨੂੰ ਚੰਗੇ ਮਾੜੇ ਕਰਮਾਂ ਵਿੱਚ ਨਾਲ ਸਹਾਇਤਾ ਕਰਨਗੇ। ਜੇ ਤੂੰ ਕਿਤੇ ਅੜਚਨ ਵਿੱਚ ਫਸ ਗਿਆ ਹੈ, ਤੂੰ ਕੋਈ ਚੰਗਾ ਕਰਮ ਕੀਤਾ ਹੋਏਗਾ, ਉਹ ਚੰਗੇ ਕਰਮ ਕਰਕੇ ਤੇਰਾ ਬਚਾਅ ਹੋ ਜਾਏਗਾ। ਔਰ ਜੇ ਕਿਤੇ ਵਿਪਤਾ ਪਈ ਹੈ, ਕਿਸੇ 'ਤੇ ਦੋਸ਼ ਨਾ ਦੇਈ, ਆਪਣੇ ਕਰਮਾਂ ਵੱਲ ਝਾਤੀ ਮਾਰੀ। ਮੈਂ ਜ਼ਰੂਰ ਕਿਸੇ ਦਾ ਦਿਲ ਦੁਖਾਇਆ ਹੋਵੇਗਾ, ਕਿਸੇ ਨੂੰ ਦੁਖੀ ਕੀਤਾ ਹੋਵੇਗਾ ਤਾਂ ਦੁਖੀ ਹਾਂ। ਜੇ ਖੁਸ਼ੀ ਹੋ ਰਹੀ ਹੈ, ਜੇ ਕੁਝ ਸ਼ਾਂਤੀ ਮਿਲਦੀ ਹੈ, ਤੇ ਵਾਹਿਗੁਰੂ ਦਾ ਸ਼ੁਕਰ ਕਰਨਾ ਹੈ ਕਿ ਸੱਚੇ ਪਾਤਸ਼ਾਹ ਨੇ ਮੇਰੇ ਕੋਈ ਚੰਗਾ ਕੰਮ ਕਰਾਇਆ ਸੀ, ਇਸ ਵਾਸਤੇ ਮੈਂ ਸੁਖੀ ਹਾਂ। ਦੁਖੀ ਹੋ ਰਹੇ ਹਾਂ, ਜ਼ਰੂਰ ਦੁੱਖ ਦਿੱਤਾ ਹੋਵੇਗਾ ਕਿਸੇ ਨੂੰ। ਖੁਸ਼ ਹਾਂ, ਖੇੜੇ ਵਿੱਚ ਹਾਂ, ਜ਼ਰੂਰ ਕਿਸੇ ਨੂੰ ਹਸਾਇਆ ਹੋਵੇਗਾ, ਜ਼ਰੂਰ ਕਿਸੇ ਨੂੰ ਸ਼ਾਂਤੀ ਦਿੱਤੀ ਹੋਵੇਗੀ। ਕੋਈ ਪਰਉਪਕਾਰ ਕੀਤਾ ਹੋਏਗਾ, ਉਹਦਾ ਫਲ ਕਰਮਾਂ ਕਰਕੇ ਮਨੁੱਖ ਭੋਗਦਾ ਹੈ। ਇਹ ਤਿੰਨ ਤਰ੍ਹਾਂ ਦੇ ਕਰਮ ਦੁਨੀ ਚੰਦ ਨੂੰ ਸਤਿਗੁਰਾਂ ਨੇ ਸਮਝਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਤਨੀ ਉਪਕਾਰੀ ਬਾਣੀ ਸੁਣ ਕੇ ਕਿਹਦਾ ਮਨ ਸੀ ਜੋ ਨਾ ਪਿਘਲੇ। ਦੁਨੀ ਚੰਦ ਦਾ ਮਨ ਪਲਟ ਗਿਆ। ਜਿਹੜਾ ਧਨ ਆਪ ਦੇ ਪਰਿਵਾਰ ਵਾਸਤੇ ਲਗਾਉਂਦਾ ਸੀ, ਹੁਣ ਉਹ ਧਨ ਦਾ ਖਿਆਲ ਭੁੱਲ ਗਿਆ ਹੈ। ਹੁਣ ਕੀ ਕਰਦਾ ਹੈ? ਉਹ ਵਾਰਤਾ ਆਓ ਬੜੇ ਪ੍ਰੇਮ ਨਾਲ ਸ਼ਰਵਣ ਕਰੀਏ। ਇੱਕ ਦਫਾ ਮਿਲ ਕੇ ਸਾਰੀ ਸੰਗਤ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਚੇਤੇ ਕਰਨਾ, ਅੰਮ੍ਰਿਤਮਈ ਨਾਮ ਜਪੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਤ ਸੰਗਤ ਕੋ ਕਰੋ ਮਿਲਾਪਾ। ਦੁਨੀ ਚੰਦ ਹੁਣ ਹੱਥ ਬੰਨ੍ਹ ਕੇ ਖੜ ਗਿਆ ਹੈ। ਆਪ ਦੀ ਅਗਿਆਨਤਾ ਦਿਸ ਰਹੀ ਹੈ ਸ਼ਰੇਆਮ ਸ਼ੀਸ਼ੇ ਵੱਲ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਜਿਹੋ ਜਿਹਾ ਹੈ, ਇਨ ਬਿਨ ਉਹੋ ਜਿਹਾ ਦਿਸ ਪੈਂਦਾ ਹੈ। ਜੇ ਸੁੰਦਰਤਾ ਆਈ ਹੈ, ਸ਼ੀਸ਼ਾ ਝੂਠ ਨਹੀਂ ਬੋਲ ਸਕਦਾ ਹੈ, ਮਨੁੱਖ ਝੂਠ ਬੋਲ ਸਕਦਾ ਹੈ, ਕਹਿ ਦੇਗਾ ਤੂੰ ਇੱਦਾਂ ਦਾ ਲੱਗਦਾ ਹੈ, ਪਰ ਸ਼ੀਸ਼ੇ ਵਿੱਚ ਝੂਠ ਨਹੀਂ ਹੈ। ਸ਼ੀਸ਼ੇ ਨੇ ਉਹ ਦਿਖਾਉਣਾ ਹੈ ਜੋ ਤੂੰ ਹੈ। ਔਰ ਗੁਰੂ ਸੱਚੇ ਪਾਤਸ਼ਾਹ ਸ਼ੀਸ਼ੇ ਵੱਤ ਹੈ। ਦੁਨੀ ਚੰਦ ਨੂੰ ਹੁਣ ਆਪਦੇ ਅਵਗਣ ਸ਼ਰੇਆਮ ਦਿਸਣ ਲੱਗ ਪਏ। ਪਹਿਲੇ ਤੇ ਪਰਦਾ ਸੀ, ਅਗਿਆਨਤਾ ਸੀ, ਅੱਜ ਬੋਧ ਹੋਇਆ। ਆਪ ਦੇ ਹੁਣ ਅਵਗਣ ਸ਼ਰੇਆਮ ਦਿਸਦੇ ਹੈ। ਤੇ ਸਤਿਗੁਰੂ ਜੀ ਨੂੰ ਪੁੱਛਦਾ ਹੈ, ਮਹਾਰਾਜ ਦੱਸੋ ਫਿਰ ਮੈਂ ਕਿਹੜੇ ਕੰਮ ਕਰਾਂ ਜਿਸ ਕਰਕੇ ਮੈਨੂੰ ਸੁੱਖ ਮਿਲੇ, ਮੈਨੂੰ ਸ਼ਾਂਤੀ ਮਿਲੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਸਤ ਸੰਗਤ ਸੋ ਕਰੋ ਮਿਲਾਪਾ। ਇਹ ਦੁਨੀ ਚੰਦ ਤੂੰ ਸਾਧ ਸੰਗਤ ਵਿੱਚ ਮਿਲ ਕੇ ਸਦਾ ਹੀ ਉਹਨਾਂ ਵਿੱਚ ਜੁੜਿਆ ਰਹਿ। ਜੇ ਤੂੰ ਸਰੀਰਕ ਤੌਰ 'ਤੇ ਨਹੀਂ ਜਾ ਸਕਦਾ ਹੈ, ਫਿਰ ਅਧਿਆਤਮਿਕ ਤੌਰ 'ਤੇ, ਆਤਮਾ ਦੇ ਤੌਰ 'ਤੇ ਜਾ, ਧਿਆਨ ਦੇ ਨਾਲ ਚਲੇ ਜਾ। ਜ਼ਰੂਰੀ ਨਹੀਂ ਹੈ ਜੇ ਸਰੀਰ ਨਹੀਂ ਕੰਮ ਕਰਦਾ ਹੈ ਤੇ ਸਾਧਨਾ ਨਹੀਂ ਹੋ ਸਕਦੀ ਹੈ। ਧਰਮ ਦਾ ਕੋਈ ਵੀ ਸੰਬੰਧ ਜਿਹੜਾ ਹੈ ਨਾ, ਰੁਕਾਵਟ ਨਹੀਂ ਬਣ ਸਕਦਾ। ਧਰਮ ਤਾਂ ਇਹੋ ਜਿਹਾ ਹੈ, ਤੂੰ ਜਿੱਥੇ ਹੈ ਜਿਹੋ ਜਿਹਾ ਕਰਮ ਕਰਦਾ ਹੈ ਉੱਥੋਂ ਹੀ ਤੇਰੀ ਸ਼ੁਰੂਆਤ ਹੋ ਸਕਦੀ ਹੈ।
तेरे कोल धार्मिक होने वास्ते कोई भी बहाना नहीं है। मनुख कह दिंदा है आखे मेरी तो क्रिया ही इहो जी है, मैनू तो किरत ही इहो जी करनी पैंदी है जिथे मैनू खाण पीण वास्ते चंगा नहीं मिलता है। खाण पीण की गल तू छड्ड, तू गुरु नूं याद कर। तो फिर सतगुरां दी बाणी कहती है महाकसाब, जिहड़ा महाकसाब सी ना भगत सदना, जिहड़ा रोज़ बकरे वढ वढ के कसाई दे न्याई रोज़ वेचदा सी, जिदन ज्ञान होया फिर छुड़ी जिहड़ी हथों छुट गई सी। जिदन तेनू ज्ञान होया ना बुरे काम अपने आप छुट जाणगे, इहदी चिंता कदे ना कर। ये ना सोच मैं पहला मन शुद्ध करा फिर बाणी पढ़ांगा। नाम जपी जा, नाम जपदियां जपदियां तेरे अवगुण अपने आप छुटणगे। पर जे तू कहे मैं पहला अवगुण छड्डां फिर गुरु नूं याद करा, फिर तेन गुरु को आउण दी लोड़ की है। जे साडा मन पहले साफ है फिर गुरु को आउण दी जरूरत कोई नहीं है। पर साडा मन साफ है नहीं है। जितना चिर मनुख कह रहा है मैं साफ हाँ, मैं साफ हाँ, समझ लेना इहो मूढ़ता है। क्योंकि आपस को जो भला कहावै तिसे भलाई निकट न आवे। जिहड़ा कहंदा मैं भला हाँ, मेरे तो कोई दोष नहीं है, मैं तो कोई बुरा काम कीता ही नहीं, समझो इहो दुष्ट है। जिहड़ा कहंदा मैं नहीं कीता, समझो वो ही करदा है। क्योंकि जिन्हें कुछ जानिया है वो कहंदा मैं अवगणहारा हाँ, मैं भुलणहारा हाँ। क्योंकि जदों ज्ञात हुंदी है समझ आउंदी है ਉਹਦੇ ਮਨੁੱਖ ਨੂੰ ਆਪਦੇ ਅੰਦਰ ਗਰੀਬੀ ਨਜ਼ਰ ਆਉਂਦੀ ਹੈ। ਜਿੰਨਾ ਚਿਰ ਮਨੁੱਖ ਹੰਕਾਰ ਵਿੱਚ ਹੈ ਉਹ ਕਦੇ ਵਾਸਤੇ ਨਹੀਂ ਕਹੇਗਾ ਕਿ ਗੁਰੂ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ, ਕਿਉਂਕਿ ਉਹਨਾਂ ਚਿਰ ਹੰਕਾਰ ਬੋਲਦਾ ਹੈ। ਇਹ ਦੁਨੀ ਚੰਦ ਤੂੰ ਸਾਧ ਸੰਗਤ ਵਿੱਚ ਜਾਇਆ ਕਰ, ਸਾਧ ਸੰਗਤ ਵਿੱਚ ਜਾ ਕੇ ਤਜੀਏ ਅਪਰ ਵਿਕਾਰ ਕਲਾਪਾ। ਹੋਰ ਜਿਤਨੇ ਵਿਕਾਰ ਹੈ ਨਾ, ਦੁਸ਼ਟਤਾਈ ਹੈ, ਮੂੜਤਾ ਹੈ, सब त्याग दे। इस प्रकार सुन गुर की बानी। इदां दी सतगुरां दी अमृतमई बाणी सुन के दुनी चंद मन में भल मानी। दुनी चंद ने मन विच सतगुरां दी गल नूं दृढ़ता नाल धार लिया है। कहण लगा महाराज हुण मैं इसे तरह करांगा। अधिक दरब इकट्ठो कीए जित। जितना भी धन ਉਹਨੇ ਇਕੱਠਾ ਕੀਤਾ ਸੀ ਨਾ, ਸੰਤਨ ਹਿਤ ਖਰਚਿਓ ਸਭ ਤਿਤ। ਸਾਰਾ ਧਨ ਉਹਨੇ ਸੰਤਾਂ ਗੁਰਮੁਖਾਂ ਪ੍ਰਭੂ ਦੇ ਪਿਆਰਿਆਂ ਵਾਸਤੇ ਹੁਣ ਲੰਗਰ ਲਗਾਉਣ ਲੱਗ ਪਿਆ। ਹੁਣ ਚੰਗੇ ਚੰਗੇ ਕੰਮਾਂ ਵਿੱਚ ਉਹ ਆਪਦਾ ਧਨ ਖਰਚਣ ਲੱਗ ਪਿਆ। ਅਨੇਕ ਪ੍ਰਕਾਰ ਕਰਾਏ ਆਹਾਰਾ। ਉਹਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਸੰਤਾਂ ਦੇ ਤਾਈਂ ਫਿਰ ਭੋਜਨ ਛਕਾਉਂਦਾ ਹੈ, ਗੁਰਮੁਖਾਂ ਨੂੰ ਭੋਜਨ ਛਕਾਉਂਦਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ ਕਿ ਜਿਵੇਂ ਕੋਈ 68 ਤੀਰਥਾਂ ਦਾ ਇਸ਼ਨਾਨ ਕਰੇ, ਜਿਵੇਂ ਕੋਈ ਕੁਰੂਕਸ਼ੇਤਰ ਦੇ ਜੱਗ ਵਿਖੇ ਜਾ ਕੇ ਆਪ ਦਾ ਅਸਵਮੇਧ ਜੱਗ ਕਰੇ। ਕਹਿਣ ਲੱਗੇ ਇੰਨੇ ਫਲ ਇੱਕ ਸਿੱਖ ਨੂੰ ਪਾਣੀ ਦਾ ਗਲਾਸ ਦੇਣ 'ਤੇ ਹੀ ਇੰਨੇ ਫਲ ਮਿਲ ਜਾਂਦੇ। ਇਹਨਾਂ ਪਰਮੇਸ਼ਰ ਦੇ ਭਗਤਾਂ ਦੀ ਸੇਵਾ ਦਾ ਫਲ ਹੈ। ਪਰ ਯਾਦ ਰਹੇ ਜੇ ਨਿਸ਼ਕਾਮ ਹੋ ਕੇ ਸੇਵਾ ਕਰਾਂਗੇ ਮੁਕਤ ਹੋ ਜਾਵਾਂਗੇ। ਪਰ ਜਿਹੜੀ ਵਾਸ਼ਨਾ ਵਿੱਚ ਆਪ ਦੀ ਸੇਵਾ ਕਰਾਂਗੇ ਉਹ ਵਾਸ਼ਨਾ ਅਵੱਛ ਪੂਰੀ ਹੋਏਗੀ। ਜੇ ਤੂੰ ਧੀ ਪੁੱਤਰ ਵਾਸਤੇ ਦੁੱਧ ਪੁੱਤ ਵਾਸਤੇ ਕਰਦਾ ਪਿਆ ਸੇਵਾ, ਇਹ ਤੇਰੀ ਪੂਰੀ ਹੋਵੇਗੀ। ਪਰ ਯਾਦ ਰਹੇ ਮੁਕਤ ਨਹੀਂ ਹੋਏਗਾ ਉਹਨਾਂ ਚਿਰ ਜਿੰਨਾ ਚਿਰ ਨਿਸ਼ਕਾਮ ਨਾ ਹੋਇਆ। ਨਿਸ਼ਕਾਮ ਤੋਂ ਬਿਨਾਂ ਕਰਮ ਕਰਤ ਹੋਗਾ ਨਿਸ਼ਕਰਮ। ਕੰਮ ਕਰਦਾ ਹੋਇਆ ਨਿਸ਼ਕਰਮ ਹੋ ਜਾ। ਕਰਤਾ ਨਾ ਜਾਣ, ਆਪਣੇ ਆਪ ਨੂੰ ਭੋਗਤਾ ਨਾ ਜਾਣ, ਆਪਣੇ ਆਪ ਨੂੰ ਸਿਰਫ ਦ੍ਰਿਸ਼ਟਾ ਜਾਣ। ਦ੍ਰਿਸ਼ਟੇ ਤੋਂ ਭਾਵ ਦੇਖਣ ਵਾਲਾ। ਕੰਮ ਹੋ ਰਿਹਾ ਹੈ ਪਰ ਤੂੰ ਵਿੱਚ ਆਪਣੇ ਆਪ ਨੂੰ ਸਿਰਫ ਦੇਖਣ ਮਾਤਰ ਸਮਝ ਕਿ ਮੈਂ ਦੇਖਦਾ ਪਿਆ ਹਾਂ। ਦੇਖਣ ਵਾਲੇ ਨੂੰ ਕੋਈ ਦੋਸ਼ ਨਹੀਂ ਹੈ। ਕੁਸ਼ਤੀ ਵਿੱਚ ਦੋ ਲੜ ਰਹੇ ਨੇ ਮੱਲ, ਇੱਕ ਹਾਰਦਾ ਪਿਆ, ਇੱਕ ਜਿੱਤਦਾ ਪਿਆ ਹੈ। ਜਿੱਤਣ ਵਾਲੇ ਨੂੰ ਮਾਣ ਹੋ ਰਿਹਾ ਹੈ, ਹਾਰਨ ਵਾਲੇ ਨੂੰ ਦੁੱਖ ਹੋ ਰਿਹਾ ਹੈ। ਪਰ ਦੇਖਣ ਵਾਲਾ ਦਰਸ਼ਕ ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨੂੰ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਵਾਸਤੇ ਤੂੰ ਦ੍ਰਿਸ਼ਟਾ ਹੋ ਜਾ। ਬਹੁਤੇ ਬਸਤਰ ਸਿਵਾਏ ਪਹਿਰਾਏ। ਬਹੁਤੇ ਜ਼ਿਆਦਾ ਬਸਤਰ ਉਹਨੇ ਸਿਵਾਏ ਹੈ ਸੰਤਾਂ ਭਗਤਾਂ ਵਾਸਤੇ। ਤਰ੍ਹਾਂ ਤਰ੍ਹਾਂ ਦੇ ਪੁਸ਼ਾਕੇ ਗੁਰਮੁਖਾਂ ਦੇ ਤਾਈਂ ਪਹਿਨਾਉਣ ਲੱਗਾ। ਮਿਲ ਸਤ ਸੰਗਤ ਸਮਾਂ ਬਿਤਾਏ। ਫਿਰ ਬਹੁਤਾ ਸਮਾਂ ਉਹ ਸਾਧ ਸੰਗਤ ਵਿੱਚ ਬਿਤਾਉਣ ਲੱਗਾ ਹੈ। ਹੁਣ ਦੁਨਿਆਵੀ ਕੰਮ ਧੰਦੇ ਤਿਆਗ ਦਿੱਤੇ ਹੈ, ਕਿਉਂਕਿ ਸੋਚਿਆ ਹੁਣ ਧੀ ਪੁੱਤਰ ਜਵਾਨ ਹੋ ਗਏ ਹੈ, ਆਪ ਦੇ ਪੈਰਾਂ 'ਤੇ ਖੜੇ ਹੋ ਗਏ ਹੈ। ਹੁਣ ਮੈਂ ਉਹਨਾਂ ਦੀ ਕਿਉਂ ਚਿੰਤਾ ਕਰਾਂ, ਹੁਣ ਮੈਂ ਆਪ ਦਾ ਜੀਵਨ ਸਫਲਾ ਕਰਾਂ।
ਪਰ ਇਹ ਕੋਈ ਗੁਰਮੁਖ ਪਿਆਰਾ ਵਿਰਲਾ ਹੁੰਦਾ ਜਿਹੜਾ ਇਹ ਸੋਚਣੀ ਸੋਚਦਾ ਹੈ। ਨਹੀਂ ਤੇ 100 ਸਾਲ ਤੱਕ ਮਨੁੱਖ ਵੀ ਇਹ ਸੋਚਦਾ ਰਹਿੰਦਾ ਹੈ ਮੈਂ ਆਪਦੇ ਪੋਤਰਿਆਂ ਪਰਪੋਤਰਿਆਂ ਦਾ ਕੁਝ ਸੋਚ ਲਵਾਂ। ਇਹ ਛੱਡ ਗੱਲ ਤੂੰ ਹੁਣ, ਜਿਨ੍ਹਾਂ ਨੇ ਇਹਨਾਂ ਸਾਰਿਆਂ ਨੂੰ ਪੈਦਾ ਕੀਤਾ ਉਹਨੂੰ ਚਿੰਤਾ ਹੈ ਸਾਰਿਆਂ ਦੀ। ਤੂੰ ਖਾਵਾਂ ਖਾ ਚਿੰਤਾ ਕਰਕੇ ਰੋਗੀ ਹੋਈ ਜਾ ਰਿਹਾ ਹੈ, ਕਿਉਂਕਿ ਜਿੰਨੇ ਦੁੱਖ ਬਿਮਾਰੀਆਂ ਸਾਨੂੰ ਅੱਜ ਚਿੰਤਾ ਤੋਂ ਲੱਗਦੀਆਂ ਨਾ, ਹੋਰ ਕਿਤੇ ਨਹੀਂ ਲੱਗਦੀਆਂ। ਸ਼ੂਗਰ ਬਿਮਾਰੀ ਵੀ ਇਹ ਚਿੰਤਾ ਤੋਂ ਚੱਲੀ ਹੈ, ਹਾਰਟ ਅਟੈਕ ਇਹ ਵੀ ਚਿੰਤਾ ਤੋਂ। ਜਿੰਨੀਆਂ ਬਿਮਾਰੀਆਂ ਨੇ ਸਮਝ ਲਓ ਚਿੰਤਾ ਤੋਂ। ਚਿੰਤਾ ਕਿਸ ਗੱਲ ਦੀ ਹੈ? ਚਿੰਤਾ ਬਿਨਾਂ ਹੀ ਗੱਲ ਤੋਂ ਹੈ। ਕੁਝ ਵੀ ਨਹੀਂ ਹੋ ਰਿਹਾ ਫਿਰ ਵੀ ਚਿੰਤਾ ਵਿੱਚ ਹੈ। ਇਸ ਕਰਕੇ ਕਹਿਣਗੇ ਚਿੰਤਾ ਨਾ ਕਰ, ਪ੍ਰਭੂ ਦੇ ਗੁਣ ਗਾ। ਦੁਨੀ ਚੰਦ ਇਸੇ ਤਰ੍ਹਾਂ ਸੰਤਾਂ ਭਗਤਾਂ ਦੀ ਸੇਵਾ ਕਰਦਾ, ਬਹੁਤਾ ਧਨ ਗੁਰਮੁਖਾਂ ਵਿੱਚ ਸਾਧ ਸੰਗਤ ਵਿੱਚ ਵਰਤਾਉਂਦਾ। ਤਜੇ ਬਿਅਰਥ ਸਿਮਰਹਿ ਵਾਹਿਗੁਰੂ ਸਤਿਨਾਮ। ਹਰ ਕੰਮ ਵਿੱਚ ਹੁਣ ਵਾਹਿਗੁਰੂ ਸਤਿਨਾਮ, ਵਾਹਿਗੁਰੂ ਸਤਿਨਾਮ, ਵਾਹਿਗੁਰੂ ਇਹ ਕਰਦਾ ਰਹਿੰਦਾ। ਤਜੇ ਬਿਅਰਥ ਜੇ ਘਰ ਕੇ ਕੰਮ, ਬਿਅਰਥ ਦੇ ਕੰਮ ਜਿੰਨੇ ਆ ਨਾ ਘਰ ਦੇ ਸਭ ਛੱਡ ਦਿੱਤੇ। ਹੁਣ ਤਿਆਗ ਦਿੱਤੇ ਸਾਰੇ ਘਰ ਦੇ ਕੰਮ। ਹੁਣ ਸਿਰਫ ਗੁਰੂ ਦਾ ਹੋ ਗਿਆ, ਹੋਰ ਬਾਕੀ ਸਾਰੇ ਕੰਮ ਹੁਣ ਛੱਡ ਦਿੱਤੇ। ਭਾ ਨਿਹਾਲ ਤਤਕਾਲ ਵਿਸ਼ਾਲਾ, ਨਿਹਾਲ ਹੋ ਗਿਆ ਦੁਨੀ ਚੰਦ। ਉਹਦੇ ਸਾਰੀਆਂ ਹੁਣ ਵਾਸ਼ਨਾਵਾਂ ਸੰਕਲਪ ਵਿਕਲਪ ਸਭ ਖਤਮ ਹੋ ਗਏ। ਧਰ ਉਪਦੇਸ਼ ਜੋ ਦਇਓ ਦਇਆਲਾ, ਉਹ ਸਤਿਗੁਰਾਂ ਦਾ ਉਪਦੇਸ਼ ਉਹਨੇ ਹਿਰਦੇ ਵਿੱਚ ਧਾਰ ਲਿਆ। ਤਿਸ ਤੇ ਵਿਦਾ ਹੋਏ ਵਿਧ ਨੀਕੀ। ਫਿਰ ਦੁਨੀ ਚੰਦ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ, ਇਹ ਦੁਨੀ ਚੰਦ ਹੁਣ ਸਾਨੂੰ ਆਗਿਆ ਦੇ, ਅਸੀਂ ਹੁਣ ਅੱਗੇ ਜਾਣਾ ਹੈ। ਦੁਨੀ ਚੰਦ ਨੇ ਹੱਥ ਜੋੜੇ ਹੈ, ਸੱਚੇ ਪਾਤਸ਼ਾਹ ਤੁਹਾਡੀ ਮਾਲਕੀ ਹੈ, ਤੁਹਾਡਾ ਹੁਕਮ ਹੈ, ਜਿਵੇਂ ਤੁਸੀਂ ਚਾਹੋ ਉਵੇਂ ਮੈਨੂੰ ਮਨਜ਼ੂਰ ਹੈ। ਇੱਦਾਂ ਕਰਕੇ ਸਤਿਗੁਰੂ ਜੀ ਦੁਨੀ ਚੰਦ ਦੇ ਕੋਲੋਂ ਚਲੇ ਗਏ। ਸਿਮਰਤ ਸੁਧ ਕੀਨੀ ਭਗਨੀ ਕੀ। ਅੱਜ ਸਤਿਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਨੂੰ ਯਾਦ ਕਰ ਰਹੇ ਨੇ, ਕਹਿ ਰਹੇ ਨੇ ਐ ਮਰਦਾਨੇ ਅੱਜ ਬੇਬੇ ਨਾਨਕੀ ਯਾਦ ਕਰ ਰਹੀ ਹੈ। ਬੜੇ ਚਿਰ ਬਾਅਦ ਅੱਜ 12-13 ਸਾਲ ਹੋ ਗਏ ਹੈ। ਅੱਜ ਬੇਬੇ ਨਾਨਕੀ ਸਵੇਰ ਤੋਂ ਯਾਦ ਕਰਦੀ ਪਈ ਹੈ। ਕੋਈ ਮਨੁੱਖ ਹੁੰਦਾ ਹੈ ਹਰ ਮਨੁੱਖ ਨੂੰ ਇਹੋ ਗੱਲ ਕਹਿ ਰਹੀ ਹੈ, ਮੇਰੇ ਵੀਰ ਦੀ ਖਬਰ ਸੁਣਾ ਦਿਓ, ਮੇਰਾ ਵੀਰ ਕਿੱਥੇ ਹੈ। ਇੱਦਾਂ ਹਰ ਕਿਸੇ ਨੂੰ ਪੁੱਛਦੀ ਹੈ ਬੇਬੇ ਨਾਨਕੀ। ਉਹ ਹੁਣ ਜਿਹੜੀ ਤਾਰ ਹੈ ਸਤਿਗੁਰਾਂ ਕੋਲ ਜਾ ਕੇ ਖੜਕ ਗਈ ਹੈ। ਸਤਿਗੁਰੂ ਕਹਿੰਦੇ ਹੈ ਅੱਜ ਬੇਬੇ ਨਾਨਕੀ ਬੜਾ ਯਾਦ ਕਰ ਰਹੀ ਹੈ। ਇੱਦਾਂ ਸਤਿਗੁਰੂ ਜੀ ਨੇ ਜਦੋਂ ਜਾਣਿਆ, ਮਰਦਾਨੇ ਸੋ ਗਿਰਾ ਇਲਾਈ। ਮਰਦਾਨੇ ਨੂੰ ਕਹਿਣ ਲੱਗੇ, ਐ ਮੇਰੇ ਮਿੱਤਰ ਮਰਦਾਨੇ ਤੇਰੇ ਤੋਂ ਗੱਲ ਦੱਸਾਂ ਇੱਕ। ਕਹਿਣ ਲੱਗਾ ਦੱਸੋ ਮਹਾਰਾਜ, ਜੋ ਕਹੋ ਮੇਰੇ ਤੇ ਹੁਕਮ ਬਖਸ਼ੋ। ਸਤਿਗੁਰੂ ਕਹਿਣ ਲੱਗੇ ਕੀਓ ਯਾਦ ਭਗਨੀ ਮੁਝ ਤਾਈ। ਹੁਣ ਅੱਜ ਬੇਬੇ ਨਾਨਕੀ ਬੜਾ ਯਾਦ ਕਰਦੀ ਪਈ ਹੈ। ਕਿਉਂ ਨਾ ਅੱਜ ਸੁਲਤਾਨਪੁਰ ਲੋਧੀ ਇੱਕ ਵਾਰੀ ਗੇੜਾ ਮਾਰ ਆਈਏ, ਬੇਬੇ ਦੀਆਂ ਖੁਸ਼ੀਆਂ ਲੈ ਆਈਏ। ਕਿਉਂਕਿ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਬੇਬੇ ਨਾਨਕੀ ਨੂੰ, ਐ ਭੈਣ ਜੀ ਜਦੋਂ ਤੁਸੀਂ ਯਾਦ ਕਰੋ ਅਸੀਂ ਉਦੋਂ ਹਾਜ਼ਰ ਹੋਵਾਂਗੇ, ਜਦੋਂ ਯਾਦ ਕਰੋ ਉਦੋਂ ਅਸੀਂ ਹਾਜ਼ਰ ਹੋਵਾਂਗੇ। ਜਿੱਦਣ ਤੁਸੀਂ ਬਹੁਤਾ ਜ਼ਿਆਦਾ ਚਿਤਾਰੋਗੇ ਨਾ, ਉਦੋਂ ਅਸੀਂ ਬਿਨਾਂ ਹੀ ਦੇਰੀ ਤੋਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗੇ। ਇਹ ਸਤਿਗੁਰੂ ਜੀ ਦਾ ਬਚਨ ਸੀ ਬੇਬੇ ਨਾਨਕੀ ਨਾਲ। ਤੇ ਸਤਿਗੁਰੂ ਬਚਨ ਕੇ ਬਲੀ ਹੈ, ਜਿਹੜਾ ਬਚਨ ਕੀਤਾ ਹੈ ਉਸ ਤੋਂ ਪਿੱਛੇ ਨਹੀਂ ਹਟਦੇ ਹੈ। ਇੱਕ ਵਾਰੀ ਬਚਨ ਕੀਤਾ ਫਿਰ ਪੂਰਾ ਕਰਦੇ ਹੈ। ਕਹਿਣ ਲੱਗੇ ਮਰਦਾਨੇ ਅੱਜ ਬੇਬੇ ਨਾਨਕੀ ਯਾਦ ਕਰਦੀ ਹੈ, ਕੀ ਕਰੀਏ ਹੁਣ। ਚੱਲ ਸੁਲਤਾਨਪੁਰੇ ਸੁਧ ਲੀਜੈ। ਮਰਦਾਨਾ ਤੇ ਪਹਿਲੇ ਤਿਆਰ ਸੀ। ਕਹਿਣ ਲੱਗਾ ਸਤਿਗੁਰੂ ਮੇਰੀ ਵੀ ਇਹੋ ਰਾਏ ਹੈ, ਆਪਾਂ ਨੂੰ ਜਾਣਾ ਚਾਹੀਦਾ ਹੈ। ਬੜਾ ਲੰਮਾ ਸਮਾਂ ਹੋ ਗਿਆ ਆਪਾਂ ਜਾ ਕੇ ਕਿਸੇ ਨੂੰ ਦੇਖਿਆ ਨਹੀਂ ਹੈ, ਨਾ ਭਾਈਆ ਜੈ ਰਾਮ ਜੀ ਨੂੰ, ਨਾ ਬਾਬਾ ਸ਼੍ਰੀ ਚੰਦ ਜੀ ਨੂੰ, ਬਾਬਾ ਲక్ష్ਮੀ ਚੰਦ ਜੀ ਨੂੰ, ਕਿਸੇ ਦੇ ਦਰਸ਼ਨ ਨਹੀਂ ਹੋਏ ਹੈ, ਸਾਨੂੰ ਜਾਣਾ ਚਾਹੀਏ। ਇਹਦਾ ਕਹਿ ਕੇ ਫਿਰ ਉੱਥੋਂ ਚੱਲ ਪਏ। ਬੇਬੇ ਜੀ ਕੀ ਖੁਸ਼ੀ ਕਰੀ ਜੈ। ਸਤਿਗੁਰੂ ਜੀ ਨੂੰ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜ਼ਰੂਰ ਬੇਬੇ ਨਾਨਕੀ ਦੀ ਸਾਨੂੰ ਖੁਸ਼ੀ ਲੈਣੀ ਚਾਹੀਦੀ ਹੈ। ਉਹ ਵੀ ਰੱਬ ਰੂਪ ਹੈ, ਭਗਤ ਹੈ, ਭਗਤ ਨਹੀਂ ਹੈ ਉਹ, ਉਹਨਾਂ ਦੀ ਖੁਸ਼ੀ ਲੈਣੀ ਚਾਹੀਦੀ ਹੈ ਸਾਨੂੰ। ਇੱਦਾਂ ਕਹਿ ਕੇ ਅਸ ਕਹਿ ਗਮ ਨੇ ਇੱਕ ਛਿਣ ਮਾਹੀ। ਇਹ ਸਤਿਗੁਰੂ ਦਾ ਪ੍ਰਤਾਪ ਹੀ ਹੈ। ਛਿਣ ਮਾਤਰ ਵਿੱਚ ਸਤਿਗੁਰੂ ਜੀ ਨੇ ਕਿਹਾ ਬੋਲ ਸਤ ਕਰਤਾਰ, ਬੋਲ ਸਤ ਕਰਤਾਰ। ਇੱਦਾਂ 2 ਵਾਰੀ ਕਹਿੰਦੇ ਹੋਏ ਸਤਿਗੁਰੂ ਛਿਣ ਦੇ ਵਿੱਚ ਉੱਥੋਂ ਲਾਹੌਰ ਤੋਂ ਸੁਲਤਾਨਪੁਰ ਲੋਧੀ ਪਹੁੰਚ ਗਏ। ਪਹੁੰਚਤ ਭੇਪੁਰ ਤੋ ਜਹਾਹੀ।
ਇਹ ਸੁਲਤਾਨਪੁਰ ਲੋਧੀ ਜਿੱਥੇ ਆਪ ਸੰਗਤਾਂ ਗਈਆਂ ਹੋਵੋਗੀ, ਆਪ ਜੀ ਨੇ ਦੇਖੇ ਹੋਣਗੇ, ਦਰਸ਼ਨ ਕੀਤੇ ਹੋਣਗੇ ਸੁਲਤਾਨਪੁਰ ਲੋਧੀ ਦੇ। ਉਸ ਨਗਰ ਵਿਖੇ ਸਤਿਗੁਰੂ ਮਹਾਰਾਜ ਪਹੁੰਚ ਗਏ। ਸਦਨ ਸੁਸਾ ਕੇ ਪ੍ਰਵੇਸ਼ੇ ਜਬ ਹੀ, ਜਦੋਂ ਘਰ ਦੇ ਵਿੱਚ ਮਹਾਰਾਜ ਹਲੇ ਪ੍ਰਵੇਸ਼ ਹੋਏ ਹੈ, ਬੇਬੇ ਨਾਨਕੀ ਦੇ ਘਰ ਜਦੋਂ ਮਹਾਰਾਜ ਗਏ ਤਾਂ ਹਰਖ ਭਰੀ ਪੂਰਨ ਉੱਠ ਤਬ ਹੀ। ਬੇਬੇ ਨਾਨਕੀ ਦੀ ਅੱਜ ਖੁਸ਼ੀ ਦਾ ਅੰਤ ਨਹੀਂ ਹੈ, ਪੈਰ ਨਹੀਂ ਜ਼ਮੀਨ 'ਤੇ ਲੱਗਦੇ ਹੈ, ਕਿਉਂਕਿ ਜਿਹੜੀ ਸਾਡੇ ਮਨ ਵਿੱਚ ਇੱਛਾ ਹੋਏ ਨਾ, ਉਹ ਪੂਰੀ ਹੋ ਜਾਏ ਨਾ, ਫਿਰ ਸਾਨੂੰ ਜਿੰਨਾ ਚਾਅ ਚੜ੍ਹਦਾ ਉਹਨਾਂ ਕਿਸੇ ਨੂੰ ਨਹੀਂ। ਭਾਵੇਂ ਦੂਸਰਾ ਕਹੇ ਹਾਂ ਭਲਾ ਤੈਨੂੰ ਕਾਹਦਾ ਚਾਅ ਚੜ੍ਹਦਾ ਹੈ, ਪਰ ਜੋ ਅਨੁਭਵ ਸਾਨੂੰ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਹੈ। ਬੇਬੇ ਨਾਨਕੀ ਦਾ ਜਿਹੜਾ ਚਾਅ ਹੈ ਨਾ, ਸੰਭਿਆ ਨਹੀਂ ਜਾਂਦਾ। ਬੜਾ ਚਾਅ ਚੜ੍ਹ ਗਿਆ, ਕਿਉਂਕਿ ਵੀਰ ਦੇ ਮਹੀਨੇ 2 ਮਹੀਨੇ ਪਿੱਛੋਂ ਨਹੀਂ, ਬਲਕਿ 12-13 ਸਾਲਾਂ ਬਾਅਦ ਸਤਿਗੁਰੂ ਬਿਨਾਂ ਦੱਸੇ ਆ ਗਏ ਨੇ ਮਹਾਰਾਜ। ਜਦੋਂ ਘਰ ਆਏ ਤਾਂ ਬੇਬੇ ਨਾਨਕੀ ਬਹੁਤ ਜ਼ਿਆਦਾ ਖੁਸ਼ ਹੋਏ। ਕਰਨ ਬੰਦਨਾ ਪਗ ਪਰਚਾਈ। ਦੇਖ ਲਓ ਬੇਬੇ ਨਾਨਕੀ ਦਾ ਪ੍ਰੇਮ ਸਤਿਗੁਰਾਂ ਨਾਲ ਹੈ। ਵੱਡੇ ਆ 5-7 ਸਾਲ, ਪਰ ਸਤਿਗੁਰੂ ਜੀ ਨੂੰ ਪਰਮੇਸ਼ਰ ਜਾਣਦੇ ਹੈ, ਭਰਾ ਨੂੰ ਪਰਮੇਸ਼ਰ ਸਮਾਨ ਜਾਣਦੇ ਹੈ। ਇਸ ਵਾਸਤੇ ਪ੍ਰੇਮ ਦੇ ਨਾਲ ਬੇਬੇ ਨਾਨਕੀ ਭੱਜ ਕੇ ਸਤਿਗੁਰਾਂ ਨੂੰ ਮੱਥਾ ਟੇਕਣ ਲੱਗੇ ਨੇ। ਹੈ ਤੇ ਛੋਟਾ ਵੀਰ ਹੈ, ਪਰ ਇੰਨਾ ਪ੍ਰੇਮ ਪਰਮੇਸ਼ਰ ਹੀ ਜਾਣਦੇ ਆ, ਸਾਖਸ਼ਾਤ ਬ੍ਰਹਮ ਸਮਝਦੇ ਆ। ਪਰਮੇਸ਼ਰ ਜਾਣ ਕੇ ਸਤਿਗੁਰੂ ਜੀ ਨੂੰ ਜਦੋਂ ਮੱਥਾ ਟੇਕਣ ਲੱਗੇ, ਲੋਚਨ ਤੇ ਜਲ ਧਾਰ ਬਹਾਈ, ਔਰ ਖੁਸ਼ੀ ਨਾਲ ਅਥਰੂ ਆਉਣੇ ਸੁਭਾਵਿਕ ਨੇ। ਜਦੋਂ ਸਾਡੇ ਨੇਤਰਾਂ ਵਿੱਚੋਂ ਜਲ ਵਹਿੰਦਾ ਹੈ ਨਾ, 2 ਕੰਮਾਂ ਕਰਕੇ ਨਿਕਲਦਾ ਹੈ। ਜਦੋਂ ਖੁਸ਼ੀ ਆਉਂਦੀ ਹੈ ਤਾਂ ਵੀ ਦੁੱਖ ਨਿਕਲਣ ਕਰਕੇ ਸਾਡੇ ਅੱਖਾਂ 'ਚੋਂ ਹੰਝੂ ਵਗਦੇ ਨੇ। ਜਦੋਂ ਦੁੱਖ ਆਉਂਦਾ ਹੈ ਉਦੋਂ ਵੀ ਨੇਤਰਾਂ ਵਿੱਚੋਂ ਜਲ ਵਹਿੰਦਾ ਹੈ। ਇਹ ਨੇਤਰ 2 ਸਾਨੂੰ ਸਤਰਕ ਕਰਦੇ ਆ, ਦੋਨਾਂ ਸਮਿਆਂ ਵਿੱਚ ਸਾਨੂੰ ਸੁਚੇਤ ਕਰਦੇ ਆ। ਜਦੋਂ ਦੁੱਖ ਆਉਂਦਾ ਤਾਂ ਵੀ ਨੇਤਰਾਂ ਵਿੱਚੋਂ ਜਲ, ਜਦੋਂ ਦੁੱਖ ਜਾਵੇਗਾ ਤਾਂ ਵੀ ਨੇਤਰਾਂ ਵਿੱਚੋਂ ਜਲ। ਬੇਬੇ ਦੀ ਅੱਜ ਖੁਸ਼ੀਆਂ ਦਾ ਕੋਈ ਅੰਤ ਨਹੀਂ ਹੈ। ਖੁਸ਼ੀ ਨਾਲ ਨੇਤਰਾਂ ਵਿੱਚੋਂ ਜਲ ਵਹਿ ਰਿਹਾ। ਪਰ ਲਓ ਸਿਰ ਕਰ ਪਰਲੇ ਸਿਰ ਕਹਿ ਹੱਥ ਬਹਿਨਾ। ਮੱਥਾ ਟੇਕਣ ਲੱਗੀ ਹੈ ਬੇਬੇ ਨਾਨਕੀ। ਸਤਿਗੁਰੂ ਜੀ ਨੇ ਪਹਿਲਾਂ ਅੱਗੇ ਹੱਥ ਕਰਕੇ ਨਾ ਬੇਬੇ ਜੀ ਨੂੰ ਰੋਕ ਦਿੱਤਾ ਹੈ। ਕਹਿਣ ਲੱਗੇ ਭੈਣ ਜੀ ਇਹ ਕੀ ਕਰਦੇ ਹੋ, ਇਹ ਤੁਹਾਨੂੰ ਨਹੀਂ ਜੱਚਦਾ ਹੈ, ਸਗੋਂ ਸਾਡਾ ਫਰਜ਼ ਬਣਦਾ ਹੈ। ਅਸੀਂ ਤੁਹਾਡੇ ਨਾਲ ਛੋਟੇ ਹਾਂ, ਅਸੀਂ ਤੁਹਾਨੂੰ ਮੱਥਾ ਟੇਕਦੇ ਚੰਗੇ ਲੱਗਦੇ ਹਾਂ, ਪਰ ਤੁਸੀਂ ਨਹੀਂ ਚੰਗੇ ਲੱਗਦੇ ਹੋ, ਤੁਸੀਂ ਸਾਡੇ ਅਤੀ ਸਤਿਕਾਰਯੋਗ ਹੋ। ਇੱਦਾਂ ਕਰਕੇ ਸਤਿਗੁਰੂ ਜੀ ਨੇ ਮੱਥਾ ਟੇਕਣ ਤੋਂ ਰੋਕ ਦਿੱਤਾ। ਬੈਸ ਗਏ ਮੰਚ ਪਰ ਗੁਰ ਐਨਾ। ਇੱਦਾਂ ਸਤਿਗੁਰੂ ਮਹਾਰਾਜ ਜੀ, ਬੇਬੇ ਨਾਨਕੀ ਜੀ ਨੇ ਇੱਕ ਮੰਜਾ ਡਾਹਿਆ ਹੋਇਆ ਹੈ, ਉਸ ਮੰਜੇ 'ਤੇ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਮਹਾਰਾਜ ਜੀ ਪਲੰਘੇ 'ਤੇ ਬੈਠ ਗਏ। ਤਿਹਸ਼ਨ ਚੱਲ ਜਹ ਰਾਮ ਤਹ ਆਵਾ। ਇਹਨੇ ਨੂੰ ਭਾਈਆ ਜੈ ਰਾਮ ਕਿਧਰੇ ਬਾਹਰ ਗਏ ਸੀ ਕਾਰ ਵਿਹਾਰ ਵਿੱਚ, ਉਹ ਆ ਗਏ ਨੇ ਘਰ। ਹੁਣ ਦੇਖਿਆ ਹੈ ਜਗਤ ਜਲੰਦੇ ਦੇ ਤਾਰਕ ਸਤਿਗੁਰੂ ਨਾਨਕ ਦੇਵ ਜੀ ਆਏ ਨੇ। ਦੇਖਦਿਆਂ ਸਾਰ ਦਰਸ ਬਿਲੋਕਤ ਔਰ ਹਰ ਖਾਵਾ। ਦੇਖਦਿਆਂ ਸਾਰ ਉਹਦੇ ਵੀ ਚਿੱਤ ਨੂੰ ਬਹੁਤ ਸ਼ਾਂਤੀ ਆਈ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਪ੍ਰੇਮ ਦੇ ਤੀਰ ਵੱਜ ਗਏ ਨੇ ਹੁਣ ਹਿਰਦੇ 'ਤੇ। ਇੰਨਾ ਜ਼ਿਆਦਾ ਉਛਾਲ ਆ ਗਿਆ ਹੈ, ਚਿੱਤ ਕਰਦਾ ਹੁਣ ਸਤਿਗੁਰੂ ਜੀ ਦੇ ਚਰਨ ਪਕੜ ਲਵਾਂ। ਇੰਨਾ ਪ੍ਰੇਮ ਜਾਗ ਗਿਆ। ਇੰਨੇ ਚਿਰ ਬਾਅਦ ਦੇਖਿਆ ਹੈ, ਸੋ ਸਦੀਆਂ ਲੰਘ ਗਈਆਂ, ਸੋ ਦਹਾਕੇ ਲੰਘ ਗਏ, ਦੇਖਿਆ ਨਹੀਂ ਮਹਾਰਾਜ ਨੂੰ। ਜਿਹਦੇ ਨਾਲ ਸਾਡਾ ਪ੍ਰੇਮ ਹੋਏ ਨਾ, ਉਹਨੂੰ ਕਿਤੇ 2 ਦਿਨ ਨਾ ਦੇਖੀਏ ਤੇ ਇੱਦਾਂ ਲੱਗਦਾ 2 ਸਾਲ ਹੋ ਗਏ ਹੈ। ਕਿਤੇ ਦੇਖਿਓ, ਕਿਤੇ ਜਿਹੜਾ ਬੰਦਾ ਸਾਰੀ ਉਮਰ ਘਰ ਰਹਿੰਦਾ ਹੋਏ, ਉਹਨੂੰ ਕਿਧਰੇ ਬਾਹਰ ਜਾਣਾ ਪੈ ਜਾਏ, ਫਿਰ ਉਹ ਮਨੁੱਖ ਨੂੰ ਘਰ ਦੀ ਯਾਦ ਬੜਾ ਸਤਾਏਗੀ। ਫਿਰ ਕਈ ਵਾਰ ਉਹਨੂੰ ਇੰਝ ਲੱਗੇਗਾ ਜਿਵੇਂ 2 ਦਿਨ 2 ਮਹੀਨਿਆਂ ਵਾਂਗ ਲੰਘਦੇ ਨੇ। ਬੜੀ ਮੁਸ਼ਕਿਲ ਹੋ ਜਾਂਦੀ ਹੈ। ਪ੍ਰੇਮ ਦੀ ਹਾਲਤ ਹੈ ਇਹ। ਪ੍ਰੇਮ ਵਿੱਚ ਮਨੁੱਖ ਨੂੰ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਜਦੋਂ ਕੋਈ ਵਿਛੜ ਜਾਏ। ਅੱਜ ਬੜੇ ਸਾਲਾਂ ਬਾਅਦ ਸਤਿਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ ਨੇ ਭਾਈਆ ਜੈ ਰਾਮ ਨੇ, ਔਰ ਚਿੱਤ ਵਿੱਚ ਇੱਕ ਇਹੋ ਜਿਹਾ ਹੁਲਾਸ ਉੱਠਿਆ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਬਿਆਨ ਕੀ ਕਰਾਂਗੇ, ਉਹ ਅਨੁਭਵ ਹੋ ਸਕਦਾ ਹੈ। ਉਹ ਪ੍ਰੇਮ ਜਿਹਨੇ ਜਾਣਿਆ ਹੈ ਉਹ ਹੀ ਜਾਣ ਸਕਦਾ ਜਿਹਨੂੰ ਹੋਇਆ ਹੈ। ਕਹਿੰਦੇ ਭਾਈਆ ਜੈ ਰਾਮ ਜੀ ਬੜੇ ਖੁਸ਼ ਹੋਏ। ਕਰ ਬੰਧਨ ਬੈਸਿਓ ਕਰ ਪ੍ਰੇਮਾ। ਮੱਥਾ ਟੇਕਿਆ ਹੈ,
ਲੰਮਾ ਸਮਾਂ ਸਤਿਗੁਰਾਂ ਦੇ ਚਰਨਾਂ ਤੇ ਪਏ ਰਹੇ ਪ੍ਰੇਮ ਨਾਲ। ਬੂਝ ਪਰਸ ਪਰ ਕੁਸ਼ਲੰ ਖੇਮਾ, ਆਪਸ ਵਿੱਚ ਪੁੱਛਦੇ ਨੇ। ਸਤਿਗੁਰੂ ਕਹਿ ਲੱਗੇ, ਭਾਈਆ ਜੀ ਠੀਕ ਠਾਕ ਹੋ? ਹੋਰ ਬੇਬੇ ਜੀ ਤੁਸੀਂ ਦੱਸੋ ਤੁਹਾਡੀ ਸਿਹਤ ਕਿਵੇਂ ਹੈ? ਪਰ ਕੀ ਦੱਸਦੇ? ਆਪਸ ਵਿੱਚ ਕਹਿ ਰਹੇ ਨੇ, ਸਤਿਗੁਰੂ ਤੁਹਾਡੇ ਦਰਸ਼ਨ ਹੋ ਗਏ ਨੇ, ਹੁਣ ਸਾਰੇ ਦੁੱਖ ਉਤਰ ਗਏ ਨੇ, ਹੁਣ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਨੇ। ਇੱਦਾਂ ਕਰਕੇ ਆਪਸ ਵਿੱਚ ਹਾਲ ਪੁੱਛਦੇ। ਬਹੁਤ ਬਰਖ ਬੀਤੇ ਬਿਨ ਦਰਸ਼ਨ। ਬੇਬੇ ਨਾਨਕੀ ਕਹਿੰਦੇ, ਬੜਾ ਸਮਾਂ ਹੋ ਗਿਆ ਭਾਈ ਵੀਰ ਜੀ, ਤੁਸੀਂ ਦਰਸ਼ਨ ਨਹੀਂ ਦਿੱਤੇ ਸਾਨੂੰ, ਸਾਡੇ ਨਾਲ ਨਿਰਾਸ਼ ਹੋ। ਕੀ ਗੱਲ ਹੋ ਗਈ? ਤੁਸੀਂ ਕਿਧਰੇ ਗੇੜਾ ਹੀ ਨਾ ਮਾਰਿਆ। ਕਿਉਂ ਕਹਿ ਭਗਨੀ ਗੇਰਤ ਆਸਨ। ਇੰਨਾ ਕਹਿੰਦਿਆਂ ਹੋਇਆ ਨਾ ਫਿਰ ਬੇਬੇ ਨਾਨਕੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ ਹੈ। ਇਹ ਹਾਲਤ ਹੋ ਜਾਂਦੀ ਹੈ ਮਨੁੱਖ ਦੀ। ਤੁਸੀਂ ਦੇਖਿਆ ਹੈ ਨਾ, ਮਾਵਾਂ ਭਾਵੇਂ ਬੱਚੇ ਨੂੰ ਕਹਿ ਰਹੀਆਂ ਨੇ ਕਿ ਤੂੰ ਤਗੜਾ ਹੋ ਕੇ ਘਰੋਂ ਜਾ, ਪਰ ਇੱਕ ਬੰਨੇ ਅੱਖਾਂ 'ਚੋਂ ਅੱਥਰੂ ਵੀ ਵਗਦੇ ਪਏ ਨੇ। ਉਹ ਹਾਲਤ ਹੈ ਪ੍ਰੇਮ ਦੀ, ਦੱਸੀ ਨਹੀਂ ਜਾ ਸਕਦੀ ਹੈ। ਇਹ ਵਿਜੋਗ ਵਿਛੋੜਾ ਨਹੀਂ ਸਹਾਰਿਆ ਜਾਂਦਾ। ਇਸ ਵਾਸਤੇ ਸਤਿਗੁਰਾਂ ਦੀ ਬਾਣੀ ਨੇ ਕਿਹਾ ਹੈ ਕਿ ਦੁੱਖ ਵਿਛੋੜਾ ਇਹ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇਹ ਪਹਿਲਾ ਦੁੱਖ ਹੈ ਵਿਛੋੜੇ ਦਾ। ਜਿਹਦੇ ਨਾਲ ਮਿਲਾਪ ਹੋਇਆ ਹੋਏ ਵਿਛੜ ਜਾਏ, ਬੜਾ ਦੁੱਖ ਸਤਾਉਂਦਾ ਹੈ। ਅੱਜ ਬੜੇ ਸਮੇਂ ਬਾਅਦ ਮਿਲੇ। ਬੇਬੇ ਨਾਨਕੀ ਨੂੰ ਡਰ ਹੈ ਕਿਤੇ ਮੈਂ ਸੁਪਨਾ ਤੇ ਨਹੀਂ ਦੇਖਦੀ ਪਈ ਆ। ਇੰਨੇ ਚਿਰ ਬਾਅਦ 12 ਸਾਲ ਕਿਤੇ ਕਹਿਣ ਦੀ ਗੱਲ ਹੈ। 12 ਸਾਲ ਬਾਅਦ ਮਨੁੱਖ ਮਿਲੇ, ਉਹਦਾ ਹੁਲੀਆ ਬਦਲ ਜਾਂਦਾ ਹੈ, ਉਹਦਾ ਚਿਹਰਾ ਮੋਹਰਾ ਪਛਾਣਿਆ ਨਹੀਂ ਜਾਂਦਾ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਮਨੁੱਖ ਨੂੰ ਕਿਤੇ ਕੋਈ 12 ਸਾਲ ਬਾਅਦ ਮਿਲੇ ਨਾ ਤੇ ਚਿੱਤ ਕਰਦਾ ਇਹਨੂੰ ਹੁਣ ਗਲਵੱਕੜੀ ਪਾ ਕੇ ਰੱਖ ਲਵਾਂ, ਛੱਡਾ ਹੀ ਨਾ। ਇੰਨਾ ਪ੍ਰੇਮ ਉਜਾਗਰ ਹੋ ਜਾਂਦਾ। ਤਾਂ ਕਹਿਣ ਲੱਗੇ ਬੇਬੇ ਨਾਨਕੀ, ਫਿਰ ਕਹਿੰਦੇ ਨੇ, ਵੀਰ ਜੀ ਸਾਨੂੰ ਭੁਲਾ ਲਿਆ ਏ ਤੁਸੀਂ। ਇਹਨਾਂ ਕਹਿੰਦਾ ਹੋਇਆ ਫੇਰ ਨੇਤਰਾਂ ਵਿੱਚੋਂ ਜਲ ਵਹਾਈ ਜਾਂਦੇ। ਹਮੈ ਨਿਸਾਰ ਦਿਓ ਨਿਜ ਮਨ ਤੇ। ਸਾਨੂੰ ਤੇ ਤੁਸੀਂ ਭੁਲਾ ਹੀ ਲਿਆ ਹੈ, ਕਦੇ ਚੇਤੇ ਹੀ ਨਾ ਕੀਤਾ। ਹਰਖ ਹੋਤ ਰਾਵਰ ਦਰਸ਼ਨ ਤੇ। ਤੁਹਾਨੂੰ ਪਤਾ ਹੈ ਕਿ ਸਾਡਾ ਗੁਜ਼ਾਰਾ ਹੀ ਤੁਹਾਡੇ ਦਰਸ਼ਨਾਂ ਕਰਕੇ ਹੈ। ਤੁਹਾਡੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਹਾਂ। ਪਤਾ ਨਹੀਂ ਕਿਵੇਂ ਮਰ ਮਰ ਕੇ ਦਿਨ ਕੱਢਦੇ ਪਏ ਸਾਂ। ਕੀ ਪੁੱਛਦੇ ਹੋ ਸਾਡੀ ਹਾਲਤ? ਤੁਹਾਡੇ ਤੋਂ ਬਿਨਾਂ ਗੁਜ਼ਾਰਾ ਨਹੀਂ ਸਾਡਾ ਹੈ। ਕਿਰਪਾ ਕਰਕੇ ਹੁਣ ਨਾ ਜਾਇਓ, ਸਾਡੇ 'ਤੇ ਕਿਰਪਾ ਕਰੋ। ਇਹ ਬੇਬੇ ਨਾਨਕੀ ਦੀ ਬੇਨਤੀ। ਬਾਪ ਹੱਥ ਬੰਦ ਬੋਲਿਓ ਜੈ ਰਾਮਾ। ਹੱਥ ਜੋੜ ਕੇ ਭਾਈਆ ਜੈ ਰਾਮ ਨਹੀਂ ਕਹਿਣ ਲੱਗਾ, ਕਰਨਾ ਕਰਹੁ ਰਹੂ ਅਬ ਧਾਮਾ। ਇਹ ਸਤਿਗੁਰੂ ਜੀ ਕਿਰਪਾ ਕਰੋ ਖਾਂ, ਹੁਣ ਨਾ ਜਾਇਓ, ਹੁਣ ਇੱਥੇ ਰਹੋ। ਜਿੰਨਾ ਨਾਮ ਜਪਣਾ ਜਪੀ ਜਾਓ, ਤੁਹਾਨੂੰ ਕੋਈ ਨਹੀਂ ਰੋਕਦਾ ਹੈ। ਜਿੰਨੀ ਸਾਧ ਸੰਗਤ ਵਿੱਚ ਤੁਸੀਂ ਜਾਣਾ ਜਾਈ ਜਾਵੋ, ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਕਿਰਪਾ ਕਰੋ, ਸਾਨੂੰ ਰੋਜ਼ ਦਰਸ਼ਨ ਦੇ ਦਿਆ ਕਰੋ, ਸਾਡੇ 'ਤੇ ਕਿਰਪਾ ਕਰ ਦਿਓ। ਵੈਸੇ ਸਿਮਰੋ ਸਦਾ ਗੋਬਿੰਦੰ। ਸਦਾ ਤੁਸੀਂ ਨਾਮ ਜਪਦੇ ਰਹੋ। ਤੁਹਾਨੂੰ ਭੋਜਨ ਚਾਹੀਦਾ ਹੈ, ਲੀੜਾ ਕੱਪੜਾ ਚਾਹੀਦਾ ਹੈ, ਜੋ ਚਾਹੀਦਾ ਮੰਗ ਲਓ, ਤੁਹਾਨੂੰ ਦੇ ਦੇਵਾਂਗੇ। ਪਰ ਇੰਨੀ ਕਿਰਪਾ ਕਰ ਦਿਓ, ਦਰਸ਼ਨ ਆਪ ਦੇ ਨਾ ਸਾਡੇ ਤੋਂ ਵਿਸਾਰਿਓ। ਹਮਕੋ ਦੇਵਤ ਰਹੋ ਆਨੰਦੰ। ਤੁਹਾਨੂੰ ਨਹੀਂ ਪਤਾ, ਤੁਹਾਡੇ ਦਰਸ਼ਨ ਕਰਕੇ ਸਾਡਾ ਚਿੱਤ ਠਰ ਜਾਂਦਾ ਹੈ। ਜਨਮਾਂ ਜਨਮਾਂ ਦੀ ਮੈਲ ਉਤਰਦੀ ਹੈ ਸਾਡੀ ਤੁਹਾਡੇ ਦਰਸ਼ਨ ਕਰਕੇ। ਇੰਨਾ ਪ੍ਰੇਮ ਇੱਕ ਸਿੱਖ ਵਿੱਚ ਹੋ ਜਾਏ ਤੇ ਸਿੱਖ ਦਾ ਜੀਵਨ ਪਲਟ ਜਾਂਦਾ ਹੈ। ਪਰ ਨਹੀਂ, ਸਿੱਖ ਦਾ ਪ੍ਰੇਮ ਇੰਨਾ ਹੁੰਦਾ ਨਹੀਂ, ਬੜਾ ਮੁਸ਼ਕਿਲ ਹੋ ਜਾਂਦਾ ਹੈ। ਤਾਈਓ ਸਤਿਗੁਰਾਂ ਨੇ ਕਿਹਾ ਹੈ ਨਾ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ 'ਚੋਂ ਕੋਈ ਇੱਕ ਹੈ ਜਿਹਦੇ ਹਿਰਦੇ ਵਿੱਚ ਇੰਨਾ ਪ੍ਰੇਮ ਸਤਿਗੁਰਾਂ ਪ੍ਰਤੀ ਹੋ ਜਾਏ, ਫਿਰ ਉਹਨੂੰ ਦੁੱਖ ਤੇ ਕਿਤੇ ਪਹੁੰਚ ਨਹੀਂ ਸਕਦਾ ਹੈ। ਜਿਹਨੂੰ ਇੰਨਾ ਪ੍ਰੇਮ ਸਤਿਗੁਰਾਂ ਦੇ ਪ੍ਰਥਾਏ ਹੋ ਜਾਵੇ ਤਾਂ ਸ੍ਰੀ ਚੰਦ ਬਾਹਰ ਤੇ ਆਇਆ। ਸਤਿਗੁਰੂ ਜੀ ਦਾ ਵੱਡਾ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਕਿਉਂਕਿ ਸਤਿਗੁਰੂ ਜੀ ਦਾ ਛੋਟਾ ਸਪੁੱਤਰ ਬਾਬਾ ਲਖਮੀ ਚੰਦ ਅਤੇ ਇਹਨਾਂ ਦੇ ਧਰਮ ਸਪਤਨੀ ਮਾਤਾ ਸੁਲੱਖਣੀ ਜੀ, ਇਹਨਾਂ ਨੂੰ ਤਾਂ ਇਹਨਾਂ ਦੇ ਪਿਤਾ ਜੀ ਲੈ ਗਏ ਸਨ ਅਤੇ ਇਹਨਾਂ ਦੀ ਸੱਸ ਬੀਬੀ ਚੰਦੋ ਰਾਣੀ ਇਹ ਆਪ ਦੇ ਪਿੰਡ ਲੈ ਗਏ ਸੀ, ਪੱਖੋ ਕੇ ਰੰਧਾਵੇ ਵਿਖੇ। ਅਤੇ ਬੇਬੇ ਨਾਨਕੀ ਨੇ ਬਾਬੇ ਸ਼੍ਰੀ ਚੰਦ ਨੂੰ ਨਿਸ਼ਾਨੀ ਵਜੋਂ ਰੱਖ ਲਿਆ ਸੀ ਕਿ ਮੇਰੇ ਵੀਰ ਦੀ ਨਿਸ਼ਾਨੀ ਆਏ ਅਤੇ ਨਾ ਖੋ ਕੇ ਜਾਵੋ। ਅਤੇ ਬੇਬੇ ਨਾਨਕੀ ਨੇ ਬਾਬਾ ਸ਼੍ਰੀ ਚੰਦ ਨੂੰ ਪਾਲਿਆ ਹੈ, ਆਪ ਦੇ ਕੋਲ ਰੱਖਦੇ ਨੇ। ਔਰ ਬਾਬਾ ਸ਼੍ਰੀ ਚੰਦ ਦੀ ਹਾਲਤ ਵੀ ਦੱਸ ਦਈਏ, ਸਦਾ ਹੀ ਉਦਾਸ ਰਹਿਣਾ, ਕਿਸੇ ਨਾਲ ਹੱਸਣਾ ਨਹੀਂ। ਬੱਚੇ ਹੱਸਦੇ ਨੇ, ਬੱਚਿਆਂ ਲਾਗੋਂ ਕੋਲੋਂ ਲੰਘ ਜਾਣਾ। ਬੱਚਿਆਂ ਨੇ ਕਹਿਣਾ ਸ਼੍ਰੀ ਚੰਦ ਆ ਜਾ ਖੇਡ ਲੈ, ਪਰ ਪਰਵਾਹ ਹੀ ਕੋਈ ਨਾ। ਇੰਨਾ ਪ੍ਰੇਮ ਵਿੱਚ ਮਸਤ ਰਹਿਣਾ, ਕਿਸੇ ਦੀ ਪਰਵਾਹ ਹੀ ਨਾ। ਮਾਤਾ ਨੇ ਕਿਆ ਕਰਨਾ, ਬੇਬੇ ਨਾਨਕੀ ਨੇ ਕਹਿਣਾ ਇਹ ਸ਼੍ਰੀ ਚੰਦ ਭੋਜਨ ਖਾ ਲੈ, ਪਰ ਸ਼੍ਰੀ ਚੰਦ ਨੂੰ ਪਰਵਾਹ ਹੀ ਕੋਈ ਨਾ।
ना भोजन की चिंता, ना प्यास की चिंता, बस एको रटन करना, सदा ही वाहिगुरू के चिंतन में लगे रहना। यह श्री चंद जी की हालत है, क्योंकि पुत्र किन्हां दे है? जगत गुरु नानक देव जी दे। फिर तो महानता होनी होनी है। बाबा श्री चंद जी हुण बाहर गए सी, हुण पता लगा कि सतगुरु जी आए है, पिता सतगुरु आए है। ऐ जान के घर आ गए, नमस्कार और हर खायो। नमस्कार कीती है, पिता जान के बड़े खुश हुए है। अज लंबे समय बाद सतगुरु जी नूं देख के बाबा श्री चंद हसे ने, नहीं तो बहुत घट हसदे, सदा ही उदास रहना, किसी नाल बोलना ना। अज बड़े खुश ने बाबा श्री चंद, क्योंकि बाप सामने खड़ा है। यह मूर्त आम मूर्त नहीं है, यह वाहिगुरू की मूर्ति है, सरगुण स्वरूप है। यह देख के कौन है जिहदा चित्त शांत ना होए? बाबा श्री चंद जी का चित्त शांत हो रहा है। बहुत आनंद नाल सतगुरां दे चरनां ते मत्था टेकिया। वैसे मिल के देखन हेता, वैसे मिल के सर्ब समीपा। सारा परिवार अज इकट्ठा होया है कई सालों बाद। अज सतगुरु है भाई बाला मरदाना, बेबे नानकी, भाई जय राम, बाबा श्री चंद जी, यह सारे अज इकट्ठे होके भोजन छकणगे। किन्ना उदों आनंद हुंदा है जदों सारे रिश्तेदार संबंधी इकट्ठे होके आप दे दुख सुख साझे करन। ये तो व्यवहार की गल है, पर जिथे साधुओं की संगत होए, जिथे आप सतगुरु विराजमान होण, वो जगह कितनी रूहानियत वाली होवेगी, वो जगह पूजने योग है ना। फिर तां करके कह लगे बहुत आनंददाई वो समा बनिया जिदन सतगुरु महाराज परिवार विच बैठे। बचन भाने बेदी कुल दीपा, सतगुरु जी आप दे मुखार बिंद तो उचारदे, देश विदेश न देखन हीता। महाराज जी कह लगे असीं ते देशां देशांतरां नूं वेखण वास्ते गए हाँ। ऐ सतगुरु जी सुभावक कहंदे ने, पर सतगुरु जी तां बाबा वैद रोगियां दा। सतगुरु जी ते दुनिया के दुख दूर करने वास्ते, दुख हरण करने वास्ते सतगुरु जी घर तो चले सी। पिता ने तो कहा सी बाबा कालू ने, ये नखट्टू जम पिया है, कुछ करता ही नहीं है। जो घर में वस्तु होंगी सब वंडी जाता है, धन नहीं घरे रहन दिंदा, कोई बर्तन नहीं रहन दिंदा। इथों तक कि अंगूठी एक महाराज नूं पहनाई सी, वो भी किसी साधु नूं दे आए सी। बाबा कालू ने तो ना जानिया, अक्सर संतां गुरमुखां नूं परिवार नहीं जानता है, पर बेबे नानकी धन है जो पहली सिखनी है महाराज की, जिन्हें सतगुरां नूं पहचानिया सी भी ये तो रब है। यह आम मनुख नहीं है, मेरा कल्ला भरा ही नहीं है, सिर्फ ये रब है, ये रब रूप में मेरा भरा आया है। ये बेबे नानकी ने जानिया सी। कह लगे सतगुरु असीं ते देशां देशांतरां विच दुनिया नूं देखण वास्ते गए सां, जां ते रहे हो ना जात निकेता। इस वास्ते साडे कोलों घर नहीं रहा जाता है। स्पष्ट नहीं कहते है भी असीं दुख नहीं सहार सकते हैं। हुण बहाने नाल कहते हैं महाराज भी जे आखिया भी असीं लोकां दे दुख दूर करते हाँ, इन्हां ने कहना फिर साडे भी दुख दूर कर दिओ, क्योंकि असीं भी दुखी हाँ, क्योंकि उन्हें रखना है जू महाराज नूं अपने कोल। सतगुरु सुभावक कहते हैं, कहते असीं देशां देशांतरां नूं वेखण वास्ते गए सां, साडा घर जी नहीं लगता। जब सिमन करहो तुम मेरा, ऐ बेबे जी जदों तुसीं सानूं याद करदे हो, जदों सानूं चेते करदे हो, तब समीप आऊं बिन देरा। दसो तां भला तुसीं अज सानूं चेते कीता, आपां आए कि नहीं आए? तुसीं दस दिओ, जे असीं नहीं आए तो फिर दसो। क्योंकि बेबे नानकी उस दिन भोजन प्रशादा पका रहे सी, प्रशादा बड़ा फुल रहा सी उदण, ते बेबे दे सुभाव मन में आ गया कि जे किते मेरा वीर हुंदा ना, ए फुलदा होया फुलका वो छकदे तां आनंद ही आ जाता। बेबे के मन में संकल्प उठिया सी। वो सतगुरु भोजन छकण वास्ते कित्थों लाहौरों चल के आ गए। कहंदे तुसीं याद कीता असीं आए कि नहीं आए हाँ? तुसीं याद कीता ते असीं जरूर आवांगे। इदां कहा बहु प्रकार दे धीरज सब ही। बड़ा हौसला दे रहे ने कि बेबे जी हठ नहीं करीदा होईदा, ये शरीर का मोह सदा नहीं रहिंदा है, शरीर ते चले जाएंगे। जे असीं शरीर छड्ड दिता फिर भला तुसीं किवें जीवोगे? ये शरीर का मोह नहीं करना चाहिए है। इदां करके समझाउंदे रैन बसेरा कीए तिन तब ही। रात एक उत्थे बतीत कीती है सतगुरां ने सुल्तानपुर लोधी।
ਬੇਬੇ ਨਾਨਕੀ ਦੇ ਘਰ ਵਿਖੇ ਭੋਰ ਹੋਤ ਮਿਲ ਕੈ ਸਭ ਸਾਥਾ। ਸਵੇਰ ਹੁੰਦਿਆਂ ਸਾਰ ਹੀ ਅੰਮ੍ਰਿਤ ਵੇਲੇ ਆਪਣੀ ਸਮਾਧੀ ਵਿੱਚ ਲੱਗੇ ਨੇ। ਸਮਾਧੀ ਤੋਂ ਉੱਠਦਿਆਂ ਸਾਰ ਹੀ ਭੋਜਨ ਛਕ ਕੇ ਗਮਨ ਕਰਿਓ ਬੇਦੀ ਕੁਲ ਸਾਥਾ। ਉਸੇ ਵੇਲੇ ਕਿਹਾ, ਬੇਬੇ ਹੁਣ ਸਾਨੂੰ ਆਗਿਆ ਦਿਓ, ਅਸੀਂ ਜਾਣਾ ਹੈ, ਸਾਡੇ ਕੋਲ ਨਹੀਂ ਸਰਦਾ ਹੈ ਇੱਥੇ। ਇਹਦਾ ਕਹਿ ਕੇ ਪੂਰਨ ਮਾਤ ਪਿਤਾ ਕੀ ਚਾਹੂ। ਸਤਿਗੁਰੂ ਕਹਿਣ ਲੱਗੇ ਵੀ ਜਿੱਥੇ ਤੁਹਾਡੀ ਇੱਛਾ ਪੂਰੀ ਕਰਨੀ ਸੀ ਨਾ, ਉੱਥੇ ਸਾਡੇ ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਾਲੂ ਜੀ, ਉਹ ਵੀ ਸਾਨੂੰ ਬੜਾ ਯਾਦ ਕਰਦੇ ਨੇ। ਉਹਨਾਂ ਦੀ ਵੀ ਇੱਛਾ ਹੈ ਕਿ ਉਹਨਾਂ ਨੂੰ ਦਰਸ਼ਨ ਦੇ ਦਈਏ, ਕਿਉਂਕਿ ਅਸੀਂ ਉਹਨਾਂ ਦੇ ਇਕਲੌਤੇ ਪੁੱਤਰ ਜੂ ਹੋਏ। ਫਿਰ ਇਕੱਲਾ ਪੁੱਤ ਹੋਏ, 12-13 ਸਾਲਾਂ ਬਾਅਦ ਘਰ ਆਵੇ, ਫਿਰ ਕੰਮ ਵੀ ਕੋਈ ਨਾ ਕਰਦਾ ਹੋਏ। ਮਾਂ ਬਾਪ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਅਸੀਂ ਜਾਣ ਹੀ ਸਕਦੇ ਹਾਂ, ਸਮਝ ਸਕਦੇ ਹਾਂ। ਅਸੀਂ ਤੇ ਭੇਜਦੇ ਹਾਂ ਬੱਚੇ ਨੂੰ ਕਾਰ ਵਿਹਾਰ ਕਰਨ ਵਾਸਤੇ, ਪਰ ਕੋਈ ਵਿਰਲਾ ਮਾਂ ਬਾਪ ਹੋਏਗਾ ਜਿਹੜਾ ਸਿਰਫ ਭਜਨ ਬੰਦਗੀ ਕਰਨ ਵਾਸਤੇ ਪੁੱਤਰ ਨੂੰ ਛੱਡ ਦੇ ਕਿ ਤੂੰ ਨਾਮ ਜਪ। ਇਹ ਸਿਰਫ ਬਾਬਾ ਕਾਲੂ ਜੀ ਹੋ ਸਕਦੇ ਹੈ, ਮਾਤਾ ਤ੍ਰਿਪਤਾ ਜੀ ਹੋ ਸਕਦੇ ਹੈ। ਕਹਿਣ ਲੱਗੇ, ਭੈਣ ਜੀ ਹੁਣ ਸਾਨੂੰ ਉਹ ਵੀ ਉਡੀਕਦੇ ਪਏ ਨੇ, ਉਹਨਾਂ ਦਾ ਵੀ ਅੰਤ ਵੇਲਾ ਆਇਆ ਹੋਇਆ ਹੈ, ਉਹ ਸਾਨੂੰ ਯਾਦ ਕਰਦੇ ਨੇ, ਸਾਨੂੰ ਜਾਣਾ ਚਾਹੀਦਾ ਹੈ। ਕੁਝ ਸਮਾਂ ਉਹਨਾਂ ਨਾਲ ਰਹਿ ਕੇ ਉਹਨਾਂ ਦੀਆਂ ਵੀ ਖੁਸ਼ੀਆਂ ਲੈਣੀਆਂ ਚਾਹੀਦੀਆਂ ਨੇ। ਇੱਦਾਂ ਕਹਿੰਦੇ ਹੋਏ ਤਲਵੰਡੀ ਪਹੁੰਚੇ ਦੁਖਦਾਹੂ। ਫਿਰ ਸਤਿਗੁਰੂ ਜੀ ਰਾਏ ਭੋਏ ਦੀ ਤਲਵੰਡੀ ਵਿੱਚ ਦੁੱਖਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਪਹੁੰਚ ਗਏ। 2 ਕੋਸ ਪਰ ਕੂਪ ਜਨੀਕਾ। ਇੱਕ ਖੂਹ ਸੀ ਤਲਵੰਡੀ ਦੇ ਬਾਹਰ, ਬਾਬਾ ਚੰਦਰਭਾਨ ਜੀ ਦਾ, ਭਾਈ ਬਾਲਾ ਜੀ ਦੇ ਪਿਤਾ ਦਾ ਖੂਹ ਸੀ ਉੱਥੇ, ਤਲਵੰਡੀ ਤੋਂ ਬਾਹਰ ਹੀ ਸੀ। ਕਹਿਣ ਲੱਗੇ, ਉਹ ਖੂਹ ਛਾਇਆ ਸਗਨ ਜਹਾਂ ਰਮਣੀਕਾ। ਉੱਥੇ ਬੜੀ ਛਾਂ ਸੀ ਰੁੱਖਾਂ ਦੀ, ਤੇ ਸਤਿਗੁਰੂ ਮਹਾਰਾਜ ਬੈਠ ਗਏ। ਜਗ ਗੁਰ ਤਿਹ ਥਾਈ। ਜਗਤ ਗੁਰੂ ਨਾਨਕ ਦੇਵ ਜੀ ਉਸ ਖੂਹ ਦੇ ਕਿਨਾਰੇ ਬੈਠ ਗਏ ਨੇ, ਰੁੱਖਾਂ ਦੀ ਛਾਂ ਹੇਠਾਂ। ਘਰ ਵੀ ਨਹੀਂ ਗਏ ਹੈ। ਬੇਬੇ ਨੂੰ ਕਿਹਾ ਮੈਂ ਘਰ ਜਾਣਾ ਹੈ, ਪਰ ਹੁਣ ਘਰ ਵੀ ਨਹੀਂ ਜਾਂਦੇ ਹੈ, ਕਿਉਂਕਿ ਬਾਪ ਬੜਾ ਨਿਰਾਸ਼ ਸੀ ਜਦੋਂ ਘਰੋਂ ਆਏ ਹੈ। ਬਾਪ ਨੇ ਕਿਹਾ ਸੀ ਕਿ ਜੇ ਕੰਮਕਾਰ ਨਹੀਂ ਕਰਨਾ ਮੇਰੇ ਮੱਥੇ ਨਾ ਲੱਗੀ। ਬਾਬਾ ਕਾਲੂ ਨੇ ਕਿਹਾ ਸੀ, ਪਰ ਰਾਏ ਬੁਲਾਰ ਨੇ ਕਿਹਾ ਸੀ, ਐ ਕਾਲੂ ਤੂੰ ਅਣਜਾਣ ਹੈ, ਤੇਰੇ ਘਰ ਵਾਹਿਗੁਰੂ ਆਪ ਆਏ ਹੈ, ਰੱਬ ਆਇਆ ਹੈ ਤੇਰੇ ਘਰ, ਪਰ ਤੂੰ ਇਹਨੂੰ ਰੱਬ ਨਹੀਂ ਜਾਣਦਾ, ਤੂੰ ਪੁੱਤਰ ਨਾ ਸਮਝ ਇਹਨੂੰ, ਇਹ ਪੁੱਤਰ ਨਹੀਂ ਹੈ ਤੇਰਾ, ਇਹ ਰੱਬ ਹੈ। ਪਰ ਪਿਤਾ ਨਹੀਂ ਜਾਣਦਾ ਹੁੰਦਾ, ਮੋਹ ਦੇ ਵਸ ਗਾਲਾਂ ਹੀ ਕੱਢਦੇ ਰਹੇ, ਕਈ ਵਾਰੀ ਕੁੱਟਿਆ ਵੀ ਸਤਿਗੁਰਾਂ ਨੂੰ। ਪਰ ਧੰਨ ਹੈ ਸਤਿਗੁਰੂ ਜੀ ਮਹਾਰਾਜ ਜੀ ਨੇ ਕਦੇ ਪਿਤਾ ਦੇ ਬਚਨ ਦੀ ਉਡੂਲੀ ਨਹੀਂ ਕੀਤੀ ਹੈ, ਸਗੋਂ ਕਿਹਾ ਪਿਤਾ ਜੀ ਮੈਂ ਭੁੱਲ ਗਿਆ ਸੀ, ਮੈਨੂੰ ਪਤਾ ਨਹੀਂ ਸੀ। ਇੱਦਾਂ ਹੀ ਕਹਿਣਾ ਮਹਾਰਾਜ ਨੇ ਸਦਾ, ਕਦੇ ਨਹੀਂ ਕਿਹਾ ਅੱਗੋਂ ਵੀ ਪਿਤਾ ਤੂੰ ਮੈਨੂੰ ਹੱਥ ਕਿਉਂ ਲਾਇਆ। ਅੱਜ ਕੱਲ੍ਹ ਦੇ ਬੱਚੇ ਦੇਖੇ ਆ ਨਾ ਕਿਵੇਂ ਕਰਦੇ ਆ, ਥੋੜ੍ਹਾ ਜਿਹਾ ਧਨ ਕਮਾ ਲਿਆ ਤੇ ਮਿਹਣੇ ਮਾਰਦੇ ਆ, ਅਖੇ ਤੂੰ ਮੇਰਾ ਖਾਂਦਾ ਹੈ, ਮੇਰੀ ਕਿਰਤ ਖਾਂਦਾ ਹੈ, ਪਰ ਭੁੱਲ ਗਿਆ ਉਹ ਬਾਪ ਨੂੰ, ਭੁੱਲ ਗਿਆ ਮਾਂ ਨੂੰ। ਪਰ ਸਤਿਗੁਰੂ ਮਹਾਰਾਜ ਇਹੋ ਜਿਹੇ ਨਹੀਂ ਹੈ, ਸਰਬ ਕਲਾ ਸਮਰੱਥ ਹੈ। ਪਰ ਫਿਰ ਵੀ ਸਤਿਗੁਰੂ ਜੀ ਨੇ ਕਦੇ ਨਹੀਂ ਕਿਹਾ ਪਿਤਾ ਤੂੰ ਮੈਨੂੰ ਕਿਉਂ ਮਾਰਿਆ ਹੈ। ਕਹਿਣ ਲੱਗੇ ਮੇਰੀ ਗਲਤੀ ਹੈ, ਮੈਨੂੰ ਤਾਂ ਹੀ ਮੇਰੇ ਪਿਤਾ ਨੇ ਮਾਰਿਆ ਹੈ ਨਾ। ਅੱਜ ਵੀ ਸਤਿਗੁਰੂ ਜੀ ਡਰ ਦੇ ਮਾਰੇ ਘਰ ਨਹੀਂ ਜਾ ਰਹੇ ਨੇ ਕਿ ਪਿਤਾ ਫਿਰ ਨਾ ਕਿਤੇ ਮੈਨੂੰ ਗਾਲਾਂ ਕੱਢਣ। ਪਰ ਸਤਿਗੁਰੂ ਜੀ ਦੇ ਪਿਤਾ ਤੇ ਬਹੁਤ ਯਾਦ ਕਰਦੇ ਨੇ। ਮਾਤਾ ਦੇ ਤਾਂ ਚਿੱਤ ਨਹੀਂ ਲੱਗਦਾ ਹੈ, ਮਾਂ ਦਾ ਚਿੱਤ ਕਿਵੇਂ ਲੱਗ ਸਕਦਾ ਹੈ। ਪੁੱਤ ਘਰ ਨਾ ਵੜੇ, ਔਰ 1-2 ਦਿਨ ਨਹੀਂ ਬਲਕਿ 12-13 ਸਾਲ ਇਕੱਠਾ, ਇੰਨਾ ਸਮਾਂ ਪਤਾ ਨਹੀਂ ਮਾਤਾ ਨੇ ਕਿਵੇਂ ਗੁਜ਼ਾਰਿਆ ਹੋਵੇਗਾ। ਸਤਿਗੁਰੂ ਜੀ ਬਾਹਰ ਬੈਠ ਗਏ ਨੇ ਖੂਹ 'ਤੇ, ਹਾਥ ਬੰਦ ਦਵੈ ਕਟਕਾ ਜਬ ਦੀਨ ਬਿਤਾਈ। 2 ਘੜੀਆਂ ਕਹਿਣ ਲੱਗੇ ਬੀਤ ਗਈਆਂ, ਤਦੋਂ ਹਾਥ ਬੰਦ ਬੋਲਿਓ ਮਰਦਾਨਾ। ਹੱਥ ਜੋੜ ਕੇ ਨਾ ਭਾਈ ਮਰਦਾਨੇ ਨੇ ਆਖਿਆ ਹੈ, ਸਤਿਗੁਰੂ ਜੀਓ ਮੁਝ ਕੋ ਆਗਿਆ ਕਰੋ ਬਖਾਨਾ। ਮੇਰੇ ਤਾਂ ਹੀ ਆਗਿਆ ਦਿਓ, ਜੇ ਤੁਸੀਂ ਨਹੀਂ ਜਾਣਾ ਘਰ ਮੈਂ ਹੀ ਮਾਰਾਂਗਾ ਗੇੜਾ, ਮੇਰਾ ਤਾਂ ਜਾਣਾ ਹੀ ਹੈ ਬਣਦਾ, ਮੈਨੂੰ ਦਿਓ ਆਗਿਆ ਮੈਂ ਹੋ ਹੁੰਦਾ ਹਾਂ। ਨਿਜ ਕੁਟੰਬ ਲਿਆ ਉਹ ਸੁਧ ਅਬ ਹੀ। ਮੈਂ ਆਪ ਦੇ ਪਰਿਵਾਰ ਦੀ ਖਬਰ ਲੈ ਆਵਾਂ, ਕਿਉਂਕਿ ਉਦੋਂ ਨਾ ਕੋਈ ਚਿੱਠੀਆਂ ਨਾ ਕੋਈ ਇਹੋ ਜਿਹਾ ਪ੍ਰਬੰਧ ਇਹਨਾਂ ਨਾਲ ਚੱਲਿਆ ਹੈ। ਬੇਸ਼ੱਕ ਚਿੱਠੀਆਂ ਚੱਲਦੀਆਂ ਸੀ ਉਦੋਂ, ਪਰ ਸਤਿਗੁਰੂ ਜੀ ਨਿਰਲੇਪ ਹੈ, ਨਾਲ ਮਰਦਾਨਾ ਜੀ ਬਾਲਾ ਜੀ, ਇਹ ਵੀ ਮੋਹ ਤੋਂ ਰਹਿਤ ਹੋ ਕੇ ਚੱਲਦੇ ਨੇ। ਕਦੇ ਕੋਈ ਘਰ ਸੁਨੇਹਾ ਨਹੀਂ ਭੇਜਿਆ ਕਿ ਅਸੀਂ ਹੈਗੇ ਹਾਂ ਜਾਂ ਮਰ ਗਏ ਹਾਂ, ਨਾ ਪਰਿਵਾਰ ਦਾ ਕੋਈ ਸੁਨੇਹਾ ਸੀ, ਕਿਉਂਕਿ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਕਿ ਰਹਿੰਦੇ ਕਿੱਥੇ ਹੈ, ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿੱਥੇ ਚਲੇ ਗਏ ਹੈ। ਇੰਨੇ ਪੂਰੇ ਨਵਾਖੰਡਾਂ ਦਾ ਰਟਨ ਕਰਨਾ
फिर कित्थे कित्थे गए किसी नूं कोई नहीं सी पता। तो सतगुरु सच्चे पातशाह मरदाना कहता महाराज जे आग्ञा दिओ मैं परिवार की खबरसार लै आउना हाँ। तो सतगुरु भये मृतक के जीवत सब ही। मरदाने ने क्या है मारे पता नहीं होणगे जां मर मुक गए होणगे। मरदाने ने क्या है सतगुरां नूं पता नहीं मेरा परिवार होवेगा जां ना होवेगा, क्योंकि मैं तो देखिया नहीं ना कदे खबरसार सुनी है उन्हां दी। मरदाने ने बड़ा चिंता के सहित ये बचन किया है। तो सतगुरु कह लगे बहुत बरख मैं दिलपुर आए, क्योंकि सतगुरु आप जी को पता ही है कि बड़े सालों बाद आप अपने नगर आए हाँ, निकसे बहुर न फेरो पाए। जदों तो असीं पिंडों गए हाँ ना, एक बारी इत्थों गए हाँ, मुड़ के फेरा नहीं सी आपां इत्थे पाया, बाद विच आपां कदे इत्थे नहीं वड़ सके। अज बड़े सालों बाद आए हाँ, हुण देखदा हाँ जाके मेरे पुत्र रहिंदे है जां मेरी घरवाली है कि सब छड्ड के चले गए ने। मैं देख के आउंदा सुनकर बिगसे कृपा निकेता। मरदाने दी इहो जी प्रश्न उत्तरी सुन के ना सतगुरु जी बड़े हस के कहन लगे है। मरदाने नूं कहन लगे मरदाने की कहंदा पिया है, तू कहना है पता नहीं मेरा परिवार मर गया होवेगा जिउंदा होवेगा, ऐ कहना है साडे ताई तैनूं दसदे हाँ। बोले हरख देन के हेता। सतगुरु जी नूं खेड़े विच लिआउण वास्ते ना खुश करन वास्ते कहंदे जो तेरे संबंधी मर है। ऐ मरदाने तू गल ते कर दित्ती है सानूं, हुण तैनूं दसदे आ तू क्या है कि पता नहीं मेरा परिवार हैगा कि खत्म हो गया होएगा। महाराज कहंदे कि जे तेरे संबंधी मर जाणगे ते फिर साडा अवर काज हम जग कस कर हैं। फिर असीं एवें लोकां दा फजूल इन्ना फिक्र चुक्या होया है। जे साडा साथी साडा मित्र दा परिवार ही खत्म हो जाए साडे हुंदियां, फिर सानूं दूर दूर जाण दी की लोड़ है। मरदाना बेफिक्र हो जा, तेरा परिवार सही सलामत है, खुशियां विच रह रहा है। नहीं यकीन है जाके देख हम होवत न चिंता करिए। मरदाने साडे हुंदियां चिंता ना कर, गुरु दे हुंदियां कोई चिंता नहीं करनी है। जदों तेरे नाल असीं आ ना उन्ना चिर चिंता ना कर साडे हुंदियां। तेरे परिवार की सानू फिक्र है, तू चिंता क्यों नहीं करदा। निकट न जम को त्रास विचारीए। ये भी याद कर लै जिन्ना चिर असीं तेरे नाल है ना, तैनूं ते की तेरे परिवार नूं यमा दा मूँह भी नहीं वेखना पवेगा। तुसीं सुनिया होएगा ना सतगुरु अमरदास महाराज दीन दुनिया दे वाली जिस वेले गोइंदवाल साहिब विखे गद्दी ते महाराज जी विराजमान हुए ने, उस वेले थोड़े दिनों की गल सी कि एक माई का पुत्र चढ़ाई कर गया। सुबह सुबह ही सवेरे सवेरे वो कुरलाउण लगी है, बहुत वैराग कर रही है। सतगुरु जी ने कहा कौन है ऐ सिखो, कौन माई रोंदी है। तो सिखा ने कहा महाराज एक माई है, वह पति पहला ही है नहीं है, वह एको एक पुत्र से चढ़ाई कर गया है। सतगुरु कह लगे वो माई नूं कह के आवो रो ना, नाम जप। पर नाम कितों चेते आउंदा उदों। माई नूं खबर पहुंची, माई आपदे मुरदे पुत्र नूं लै के सतगुरां कोल आ गई है। और सतगुरु सत प्रतग्ञा ने महाराज जी। सतगुरु जी ने कहा ऐ माई तू रो ना, थोड़ा जिहा वाहिगुरू नूं याद कर। पर नहीं याद आउंदी वाहिगुरू दी। सतगुरु जी ने देखिया कि माँ प्यो दे हुंदियां पुत्र चढ़ाई कर जाए, यह बहुत जिहड़ी बिगड़ी हुई गल है, यह विपरीती है। माँ दे हुंदियां पुत्र चले जाए ये विपरीत है, पर पुत्रा हुंदियां माँ बाप चले जान चलो ये तो गल बनती भी है, जाना है संसार क्यों। पर माँ बाप दे हुंदियां पुत्र बाद विच आए पहले चला जाए, यह बड़ा मुश्किल हो गया। सतगुरु जी ने कहा कह लगे साढ़े हुंदियां अज तो उस वेले सतगुरु जी ने आपके चरणा कमलों तो जिहड़ा चरणामृत है वो बच्चे ते छिड़काया है, बच्चा जिउंदा हो गया। फिर सतगुरु जी 22 साल गुरता गद्दी ते विराजमान रहे ने। सतगुरु जी ने कहा सी साढ़े हुंदियां गोइंदवाल की नगरी वाल कोई जम मूँह नहीं करेगा, ऐसा ही होया सी। 22 साल तक कोई उत्थे मरिया नहीं सी। यह सतगुरु की महानता है। तो जेड़े भी संसार विचों गए सी सतगुरां दे हुंदियां कोई नेड़े तेड़े सब ब्रह्म ज्ञान विच लीन हो गए सी। महानता है सतगुरां दी। कह लगे मरदाने साडे हुंदियां चिंता कैसियां गल्लां करदा है, साडे हुंदियां चिंता ना कर, असीं तेरे नाल हां,
तेरे परिवार नूं जामी नहीं वेख सकते, जे अब ते मन ऐसी आई। चलो ठीक है, तेरे मन विच आई है इच्छा हुण ते घर नूं मिलने दी, जरूर जा, अवश्य जा, तेनूं रोकते नहीं आपां, पर याद रख ਇਹ चिंता अगे तो नहीं कदे करनी। मिलो कुटुंब सर्ब कौ जाई, जाके सारे परिवार नूं खुशियां खेड़ियां नाल जाके मिल, कालू के समीप जे जावहो। एक गल याद रखी, जदों साडे पिता बाबा कालू जी मिलणगे ना तेरे ताईं, उन्हां नूं जाके हमरी सुध नहत नह सुनावो, साडे बारे ना दसी जाके कि सतगुरु नानक देव जी भी नाल आए। कह दई मैनू पता ही नहीं कित्थे है, साफ मुकर जाई, दसी ना कुछ उन्होंने भी असीं आए हाँ। इदां सतगुरु जी ने उन्होंने करड़ा करके भेज दिता। बिल परिवार बहुत तुम आवहो। सतगुरु कह लगे परिवार के मोह विच ना बैठा रही, छेती आ जाई, 2-4 घड़ियां बैठ जाई, फिर छेती आ जाई मिल के। तो फिर मरदाना पुछदा करके मोह ना बिन लगावहो। सतगुरु कह लगे मरदाने मोह दे विच जा फस ना जावी, जाके देर ना लगावी किधरे, छेती आ जावी। कह मरदाना सुन बच गुर के। सतगुरां दे बचन सुन के ते मरदाने ने कहा, ऐ सतगुरु तुसीं मैनूं कही ते जांदे हो घरों होया होया, ते हुण मेरी भी सुन लवो। क्या ले कर जाऊं मैं घर को, मैं घर विच की लैके जावां। जदों बंदा घर जाता है कुछ दिनों बाद सालों बाद, तो वह कुछ ना कुछ लैके जाए तो परिवार वाले सत्कार करते हैं। जे खाली हथ जाए की सत्कार होगा, इन्हें कहना वेला आ गया है, इन्हें की करना है। कह लगा मरदाना महाराज इन्ने सालों बाद आया हाँ, हो सकता परिवार वाले यो सोच के दिन कटते होण कि मेरा पति पैसे कमाउण गया होगा, हुण मैं घर जावां तो खाली हथ चले जावां, फिर तो सारे निराश होणगे ना, किसी ने मैनूं सुनाउणा नहीं है। इस वास्ते खाली हथ मैं जांदा चंगा नहीं लगता। बहुर बरख घर बहर बिताए, मैं बहुत साल घर तो बाहर बिता के आया, शूशा अब क्या देवूं जाए। मैं खाली हथ की दिखावां घर नूं जाके। बच्चों ने कहना पिता की लैके आए हो साडे वास्ते, मैं हथ दिखावांगा जाके, किहो जी गल्लां करदे हो, दसो मेरे ताईं। गुर कह रोरन मुश्त बुचावहो। गुरु साहब की कुछ अपनी अंतरजामता है, कुछ अजमत है महाराज की, समझदे सारी गल। कह लगे ए मरदाने आ इत्थे रोड़ पए होए आ ना, सारे रोड़ आप दी गठ विच बन लै। मरदाने ने कुछ सोचिया, कह लगा महाराज ये किहो जिहा काम कराउंदे हो, रोड़ मैं की करांगा घर जाके। सतगुरु कहना कि बचन मन हाँ, अगों सवाल जवाब काहनूं करना है। इदा सतगुरां ने कहा कि तू रोड़ बंद है, बांध चीर संदेह मिटावहो। तू इसनूं आप की गठड़ी विच बन लै सारे रोड़ियां नूं, ते संसा ना कोई करी, भरोसा रखी वाहिगुरू ते, क्योंकि संसा करन वाले दा कदे बेड़ा पार नहीं हुंदा है। शरधा वालों के बेड़े पार लंघ जाते हैं। तू शरधा रखी, घर मह जाओ खोल त्यों देता ही। घर जांदियां सार ए गठड़ी खोल नहीं जाके, एक बारी कह दें सतनाम वाहिगुरू, एक बारी कह दें तो घर जांदियां सार ए गठड़ी खोल दवी। होया है सो जे चाहू मन माही। मारे कह लगे जो चाहेगा ना, जो भी मन में संकल्प करेगा वो ही प्रगट हो जाएगा। यह साडा बचन मन लै। सतगुरां दे बचन सिद्धि सी, जो कहते सी पूरा होना सुभाविक सी, अटल बचन हुंदे सी महाराज दे। सतगुरु कह लगे जो कहेगा ना, जो मन में धारेगा वह पूरा हो जाएगा। कंचन गंध चीर की खोली जब ही, करो आनंद निकेत सिधारा। तदों फिर मरदाना जी खुशियां नाल आपदे घर चला गया। मिलियो जाए अपनों परिवारा, मिलिया है जाके परिवार में बड़ियां खुशियां नाल। गंध चीर की खोली जब ही, जदों कपड़े की गंढ खोली है ना जिस वक्त, कंचन सर्ब बिलोक्यो तब ही। और जिन्ने रोड़े सी ना सारे सोने के बन गए हैं। आखो सतनाम वाहिगुरू। यह सतगुरां की महानता है। सतगुरु सच्चे पातशाह की नहीं कर सकते सिखां वास्ते, पर सिख की भावना होए। दामना प्रवीण कामना अधीन सदा दामना प्रवीण। एक भावना विहीन कैसे पावे जगदीश को, बिना भावना तो किवें वाहिगुरू की प्राप्ति होए। शरधा वाले दे सारे कार्य सफले हो जाते हैं। धने दियां गऊआं चार दित्तियां सी महाराज ने,
कबीर का जग संपूर्ण कराया कि नहीं कराया। इस तरह भाई मरदाने का यह कारज भी सिद्ध करा दिता है। सतगुरु सच्चे पातशाह जी ने एक कौतक करा दिता। भाव कुटुंब आनंद भारी, सारा जिहड़ा परिवार है खुशियों में आ गया। कह लगे साडे पति ने तो बहुत ज़्यादा धन लैके आंदा है साडे वास्ते, बड़ी मेहनत की, फिर तो बहर बहु काल बिताना। तदों कह लगे फिरद्या फिरद्या मरदाने ने आप का समा बतीत किया। अब आवा भूर देह को घर होई। फिर दसदे है भीर भूर देह घर होई। तदों फिर दसदे है भी मरदाना ਉਹਦੇ घर में बड़ी भीड़ हो गई। लोग आए ने दूरों दूरों, कह रहे ने मरदाना बड़ी दूरों आया है। लोग कहते बड़ा धन कमा के लियाया है। कई इहो जिहियां गल्लां करदे। मिल है कुशल बूझ है सब कोई, सारे मिल मिल के ते खबरसार पुछदे ने, हाल चाल पुछदे ने कि किवें रही यात्रा, तुसीं सुखी सुखी रहे हो। इदां करहे शुभ सुभाए भा इह को। सारे लोग कहन लगे कि ये बड़ा इहदा सुभाव शुभ है। करहे परस पर नर बखियाना। सारे लोग कहते हैं भी ये मरदाना वो ही है जिहड़ा पहला मडासी सी ते जदों श्री नानक संग था मरदाना। लोकी कहते हैं ये गुरु नानक देव नाल रह के आया है। हुण पता नहीं गुरु नानक देव जी कित्थे ने, पर यह सतगुरु नानक देव महाराज के नाल सेवा करता सी, उन्हां दी सेवा में हमेशा रहिंदा सी। ये वो ही मरदाना है। देख लो कितना धन कमा के लियाया है। उन्होंने सारे लोग कहते सी नखट्टू है नखट्टू है। देख लो मरदाना हुण कितना धन कमा के लियाया। लोगों की अपनी विचार सी, अपनी दृष्टि सी, उन्होंने धन नहीं दिसदा सी जिहड़ा लैके आया है। ऐ नहीं दिसदा है कि मरदाना गुरु कोलों बड़ियां बख्शिशां लैके आया है। पर मनुख का सुभाव है, जिन्ना उहदे मन विच है, जिन्नी सोच है, उन्ना ही देख सकता है। लोग कह रहे ने देख लो ये मरदाना सतगुरु नानक देव नाल रह के आया है तो किन्ने पैसे कमा के लियाया। जां ते शुभ सुभाए भा इह को। कहंदे इस करके इहदा सुभाव चंगा सी, इहदा ताइयों इन्ना सुख इन्ना पदार्थ घर विच लै आया। सब नर ते निर्मल उर जिह को। लोग धन देख के झट ही सुभाव बदल लेंदे है। देख लिया कमाई करके लियाया है, लोकी कहन लगे इहदा सुभाव ही बड़ा चंगा सी, तो बड़ा निर्मल सी। पर जिहड़ा कोई धन ना कमाए, जिन्नी मर्जी बंदगी करे, लोग कहते एवं वेला तुरया फिरदा है, एवं टाइम बर्बाद करता है आपका। पर हुण धन लैके आया, मरदाने की खुशामद करते हैं लोग। लोग कहते बड़ा निर्मल है, ये किसी नाल बुरा नहीं वरतदा है। क्योंकि लोगों का सुभाव है आत होए तां मुग्ध सियाना, जदों धन होए ना तो लोग मूर्खां नूं सियाना कहन लग पैंदे ने। जे धन होए तो लोग कहते जिहदी कोठी दाने उहदे कमले भी सियाने। जिहदी कोठी दाने लोग कहते कमला भी सियाना है। पर जिहड़ा कंगाल होए, भावें जितना मर्जी गुणवान कानू होए ना, फिर भी कहते ये अज्ञानी है, ये मूर्ख है, कमला है। क्यों? क्योंकि धन नहीं है। इस वास्ते संसार में जे रहना है धन तो कमाना पएगा। धन तू जरूर कमा, पर गुरु के उपदेश नूं ना भुला। गुरु का उपदेश हमेशा याद रख। गुरु का उपदेश की है? गावो सच्ची बाणी। गुरु की बाणी हमेशा गाउंदा रहे। तो लोग इस तरह कह लगे मधुर बचन सब संग बखानत। मरदाना भी सारे नाल बड़े मिठे मिठे बचन बोलते हैं, किसी ने बुरा नहीं आख्या है, हंकार नहीं कोई जनाया है कि मैं गुरु की सेवा करके आया हाँ। नहीं तो मनुख जरा कुछ तीर्थ इशनान कर आए, हजूर साहब हो आए, हेमकुंट हो आए, या किसी स्थान तो हो आए, तो लोगों को दसदा है ना मैं उत्थे बड़ी सेवा की है। मैंने लोग कहते से तू सेवादार बड़ा वड्डा है। इदा लोगों का सुभाव है। पर मरदाने ने कुछ इहो जिहा नहीं किया है, आम लोगों वांग विचरिया है। नहीं तो महान सतगुरां दा संग करना कितनी माड़ी मोटी गल है, यह बहुत वड्डे भागां दी गल सी। पर मरदाने ने जनाया ना बिल्कुल भी। आम मनुखा वांग विचरे भली रीत करके सन्मानत। सारे लोगों बड़े छोटियां नूं वड्डियां नूं बजुर्गां नूं सबनां नूं बड़े प्रेम नाल आपदे सुंदर बचनां नाल निहाल कीता। एक मुहूर्त सदन बिताया। 2 घड़ियां आपदे घर बिताइयां ने, सिर्फ पौना घंटा, ज़्यादा समा नहीं घर बिताया है। क्योंकि घर का सारा मोह लेस मात्र भी नहीं सी रह गया। मिलियो भाव
ਮਿਲ ਪਰਿਵਾਰ ਹਿਰਦੇ ਹਰ ਖਾਇਆ। ਮਿਲ ਕੇ ਪਰਿਵਾਰ ਨੂੰ ਮਰਦਾਨਾ ਬੜਾ ਖੁਸ਼ ਹੋ ਰਿਹਾ। ਅਪਰ ਜੇ ਲੋਕ ਮਿਲਣ ਤਿਸ ਆਏ। ਹੋਰ ਜਿੰਨੇ ਲੋਕ ਮਰਦਾਨੇ ਨੂੰ ਮਿਲਣ ਵਾਸਤੇ ਆਏ ਸਾਰੇ ਮਿਲਿਓ ਭਾਵ ਧਰ ਸਰਬ ਸੁਖ ਪਾਏ। ਜਿੰਨੇ ਮਿਲੇ ਸਾਰੇ ਸੁੱਖਾਂ ਦੇ ਪਾਤਰ ਬਣ ਗਏ ਸੀ। ਸੋ ਇਸ ਤਰ੍ਹਾਂ ਮਰਦਾਨਾ ਜੀ ਘਰ ਵਿੱਚ ਗਏ। ਅੱਗੋਂ ਫਿਰ ਜਦੋਂ ਸਤਿਗੁਰੂ ਜੀ ਦੇ ਘਰ ਜਾਣਗੇ ਮਰਦਾਨਾ ਜੀ, ਤੇ ਮਾਤਾ ਤ੍ਰਿਪਤਾ ਜੀ ਬਹੁਤ ਵੈਰਾਗ ਕਰੇਗੀ, ਕਿਉਂਕਿ ਮਾਤਾ ਜੀ ਨੇ ਪੁੱਛਣਾ ਹੈ ਮੇਰਾ ਪੁੱਤਰ ਕਿੱਥੇ ਹੈ, ਨਾਨਕ ਕਿੱਥੇ ਹੈ। ਤੇ ਮਰਦਾਨਾ ਜੀ ਨੇ ਸਾਫ਼ ਮਨਾ ਕਰ ਦੇਣਾ ਹੈ, ਮਹਾਰਾਜ ਮੈਨੂੰ ਪਤਾ ਹੀ ਨਹੀਂ ਕਿੱਥੇ ਹੈ। ਮੇਰੇ ਨਾਲ ਤੇ ਉਦੋਂ ਦਾ ਹੀ ਵਾਰਤਾਲਾਪ ਹੋਈ ਹੈ ਜਦੋਂ ਅਸੀਂ ਸੁਲਤਾਨਪੁਰ ਸੀ, ਉਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ ਹੈ। ਫਿਰ ਮਾਤਾ ਨੇ ਬਹੁਤ ਵੈਰਾਗ ਕਰਨਾ ਹੈ। ਉਹ ਵਾਰਤਾ ਆਪਾਂ ਅੱਗੇ ਸੁਣਾਂਗੇ। ਤੁਸ਼ ਬੁੱਧੀ ਨਾਲ ਵਿਚਾਰਨ ਕਰਦੇ ਹਾਂ। ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਸਭਨਾਂ ਦਾ ਧੰਨਵਾਦ ਹੈ। ਸੋ ਆਪ ਜੀ ਨੇ ਕਿਰਪਾ ਕਰਨੀ, ਇਸੇ ਤਰ੍ਹਾਂ ਸੀਸ ਬਖਸ਼ਦੇ ਰਹਿਣਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰਫਤਿਹ ਵਿੱਚ ਸਾਂਝ ਪਾਈਏ। ਮਿਲ ਪਰਿਵਾਰ ਦੇ ਹਰ ਖਾਇਆ। ਅਪਰ ਜੇ ਲੋਕ ਮਿਲਣ ਤਿਸ ਆਏ। ਮਿਲਿਓ ਭਾਵ ਧਰ ਸਰਬ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।